ਕਹਿੰਦੇ ਕੈਪਟਨ ਨੇ ਕੁਝ ਕੀਤਾ ਨਹੀਂ 4.5 ਸਾਲ ਹੱਥ ਤੇ ਹੱਥ ਧਰ ਕੇ ਬੈਠਾ ਰਿਹਾ ਪਰ ਅਗਲਿਆਂ ਨੇ ਕਰਜ਼ੇ ਮਾਫ ਕਰਤੇ। ਤੁਸੀਂ ਕਹਿੰਦੇ ਕੁਝ ਕੀਤਾ ਨਹੀਂ, ਉਹ ਕਹਿੰਦੇ ਅਸੀਂ ਕੰਮ ਹੀ ਸਾਰੇ ਕਰਤੇ, ਬਚਿਆ ਹੀ ਕੁਝ ਨਹੀਂ। ਵਾਟਰਾਂ ਦੇ ਡਾਂਗਾਂ ਮਾਨੇ ਰਹਿੰਦੀਆਂ ਸੀ, ਉਹ ਵੱਜਦੀਆਂ ਪਈਆਂ, 4 ਦਿਨ ਰਹਿ ਗਏ ਉਹ ਵੀ ਪੂਰੀਆਂ ਹੋ ਜਾਣੀਆਂ ਤੇ ਸਾਰੇ ਕੰਮ ਖਤਮ ਹੈ। ਉਸ ਤੋਂ ਬਾਅਦ ਚੋਣਾਂ ਲੜਨੀਆਂ, ਸਰਕਾਰ ਅਸੀਂ ਫੇਰ ਬਣਾ ਲੈਣੀ ਆ। ਕੈਪਟਨ ਨੇ ਐਲਾਨ ਕੀਤਾ ਕਰਜ਼ੇ ਮਾਫੀ ਦਾ। ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਮੈਦਾਨ 'ਚ ਨਿਤਰੀਆਂ ਨੇ। ਉਹ ਕਹਿੰਦੀਆਂ ਵੀ ਇਹ ਹੁਣ ਵਾਅਦੇ ਤੋਂ ਭੱਜ ਰਿਹਾ ਕੈਪਟਨ। ਗਰਾਊਂਡ ਤੇ ਜੋ ਐਲਾਨ ਕੀਤੇ ਗਏ ਸੀ ਉਹਦੇ ਵਿੱਚ ਹਜੇ ਨਾ ਬੇਅਦਬੀ ਕਾਂਡ ਤੇ ਕੋਈ ਮਸਲਾ ਹੱਲ ਹੋਇਆ ਤੇ ਨਾ ਹਜੇ ਤੱਕ ਮੋਬਾਈਲਾਂ ਵਾਲੀ ਗੱਲ ਤੇ ਪੂਰਾ ਉੱਤਰ ਹੋਇਆ, ਨਾ ਕਰਜ਼ੇ ਵਾਲੀ ਗੱਲ ਤੇ ਪੂਰਾ ਉੱਤਰ ਹੋਇਆ ਤੇ ਨਾ ਸਿਹਤ ਸੇਵਾਵਾਂ ਜਿਹੜੀਆਂ ਦੇਣੀਆਂ ਸੀ ਉਹ ਉਸ ਪੱਧਰ ਦੀਆਂ ਅਸੀਂ ਸਿਹਤ ਸੇਵਾਵਾਂ ਹਜੇ ਵੀ ਪੰਜਾਬ ਸਰਕਾਰ ਦੇਣ ਦੇ ਵਿੱਚ ਅਸਮਰੱਥ ਰਹੀ। ਸ਼ਰਮਾ ਜੀ ਗੱਲ ਕਰਦੇ ਸੀ ਅਸੀਂ ਨਵਜੋਤ ਸਿੰਘ ਸਿੱਧੂ ਦੀ ਤੇ ਪੰਜਾਬ 'ਚ ਤੇ ਉਹ ਕਿਸੇ ਦੀ ਸੁਣਦੇ ਨਹੀਂ ਤੇ ਹਰਿਆਣਾ 'ਚ ਉਹਨਾਂ ਲਈ ਸਲਾਹ ਆਈ ਆ। ਉੱਥੋਂ ਦੇ ਸਿਹਤ ਮੰਤਰੀ ਨੇ ਕਿਹਾ ਵੀ ਭਰਾਵਾ ਕਦੀ ਉੱਧਰ ਜਾਣਾ ਕਦੀ ਉੱਧਰ ਜਾਣਾ, ਆਪਣੀ ਵੱਖਰੀ ਪਾਰਟੀ ਬਣਾ ਲਾ। ਅਨਿਲ ਵਿਜ ਨੂੰ ਇਹ ਗੱਲ ਯਾਦ ਹੋਣੀ ਆ ਕਿ ਸਿੱਧੂ ਸਾਹਿਬ ਪਹਿਲਾਂ 10-12 ਸਾਲ ਉਹਨਾਂ ਨਾਲ ਹੀ ਰਹੇ ਆ ਤੇ ਉਦੋਂ ਦੇਣ ਦੇ ਸਲਾਹ ਉਹਨਾਂ ਨੂੰ ਬੈਠਿਆਂ ਨੂੰ। ਸਿੱਧੂ ਜਿਹੜਾ ਆ ਇਹ ਪ੍ਰਦੇਸ਼ ਪ੍ਰਧਾਨ ਬਣ ਕੇ ਜ਼ਮੀਨੀ ਪੱਧਰ ਤੇ ਕੰਮ ਨਹੀਂ ਕਰ ਸਕਦਾ ਕਿਉਂਕਿ ਇਹ ਉਹਦਾ ਸੁਭਾਅ ਨਹੀਂ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨਗੀ ਦੇ ਅਹੁਦੇ ਤੇ ਬਰਾਜਮਾਨ ਹੋਣਾ ਉਹ ਕਿਸੇ ਤਰ੍ਹਾਂ ਵੀ ਕੈਪਟਨ ਨੂੰ ਗਵਾਰਾ ਨਹੀਂ। ਤੇ ਸਾਨੂੰ ਲੱਗਦਾ ਸੀਗਾ ਕਿ ਇਹ ਵੀ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ ਦਾ ਹਿੱਸਾ ਹੋ ਸਕਦਾ ਕਿ ਆਪਸ ਦੀ ਜਿਹੜੀ ਕਲਾ ਆ ਜਾਂ ਆਪਸ ਦੀ ਜਿਹੜੀ ਗੱਲਬਾਤ ਆ ਉਹਨੂੰ ਹੀ ਮੀਡੀਆ ਦੀ ਸੁਰਖੀ ਬਣਾ ਦਿਓ ਤਾਂ ਜੋ ਜਿਹੜੇ ਅਸਲ ਮੁੱਦੇ ਆ ਉਹ ਕਿਤੇ ਨੀਵੇਂ ਰਹਿ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਬੰਦੇ ਦੀ ਇਹਨਾਂ ਦੀ ਪ੍ਰਧਾਨਗੀ ਕਦੀ ਜਿਹੜੀ ਆ ਉਹ ਮਨਜ਼ੂਰ ਕੀਤੀ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣਗੇ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ ਤੇ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ। ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਰਾਜਨੀਤਿਕ ਪਰਤਾਂ ਖੋਲਾਂਗੇ। ਹਰ ਵਾਰ ਦੀ ਤਰ੍ਹਾਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ। ਕਰਨੀ ਵੀ ਬਣਦੀ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਇਸ ਵੇਲੇ ਭੱਜੀਆਂ ਆ ਰਹੀਆਂ ਨੇ। ਕਿਸਾਨ ਅੰਦੋਲਨ ਦੀ ਗੱਲ ਕਰਾਂਗੇ ਕਿ ਇੰਨੀ ਦੇਰ ਤੋਂ ਚੱਲ ਰਿਹਾ ਕਿਸਾਨੀ ਘੋਲ ਕਿਤੇ ਤਿੜਕਣ ਵਾਲਾ ਤੇ ਨਹੀਂ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਕਿਹੜੇ ਤੋਹਫੇ ਦਿੱਤੇ ਨੇ ਉਹ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਿਲਗਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਚੌਲੀਨ। ਸ਼ਰਮਾ ਜੀ ਗੱਲ ਕਰਦੇ ਹਾਂ, ਚੋਣਾਂ ਭੱਜੀਆਂ ਆ ਰਹੀਆਂ ਨੇ ਤੇ ਗੱਲ ਕਰੀਏ ਹੁਣ ਪੰਜਾਬ ਦੀ ਸਿਆਸਤ ਦੀ। ਕਹਿੰਦੇ ਕੈਪਟਨ ਨੇ ਕੁਝ ਕੀਤਾ ਨਹੀਂ 4.5 ਸਾਲ ਹੱਥ ਤੇ ਹੱਥ ਧਰ ਕੇ ਬੈਠਾ ਰਿਹਾ ਪਰ ਅਗਲਿਆਂ ਨੇ ਕਰਜ਼ੇ ਮਾਫ ਕਰਤੇ। ਊਠ ਤੋਂ ਛਾਨਣੀ ਲਾ ਕੇ ਭਾਰ ਹੌਲਾ ਕਰ ਲਿਆ ਉਹਨਾਂ ਨੇ। ਤੁਸੀਂ ਕਹਿੰਦੇ ਕੁਝ ਕੀਤਾ ਨਹੀਂ, ਉਹ ਕਹਿੰਦੇ ਅਸੀਂ ਕੰਮ ਹੀ ਸਾਰੇ ਕਰਤੇ, ਬਚਿਆ ਹੀ ਕੁਝ ਨਹੀਂ। ਜਿੱਦਾਂ ਕੱਲ ਮੋਦੀ ਸਾਹਿਬ ਪੁੱਛਦੇ ਸੀਗੇ ਕਿ ਮੈਂ ਮਨ ਕੀ ਬਾਤ ਮੈਂ ਬਾਤ ਕਿਆ ਕਰੂੰ, ਬਾਤ ਤੋਂ ਕੁਝ ਬਚੀ ਨਹੀਂ ਹੈ। ਤੇ ਕੈਪਟਨ ਸਾਹਿਬ ਕਹਿੰਦੇ ਆ ਖੂੰਡਾ ਖੜਕਾ ਕੇ ਸਾਰੇ ਵਾਅਦੇ ਪੂਰੇ ਕਰਤੇ ਆ, ਮੋਬਾਈਲ ਫੋਨ ਵੰਡ ਤੇ, ਕਰਜ਼ੇ ਲਾ ਤੇ, ਸੜਕਾਂ ਬਣਾਤੀਆਂ, ਕੰਮ ਤੇ ਕਹਿੰਦੇ ਬਚਿਆ ਹੀ ਕੋਈ ਨਹੀਂ। ਮਾਟਰਾਂ ਦੇ ਡਾਂਗਾਂ ਮਾਨੇ ਰਹਿੰਦੀਆਂ ਸੀ, ਉਹ ਵੱਜਦੀਆਂ ਪਈਆਂ, ਬਸ ਥੋੜੇ ਦਿਨ ਰਹਿ ਗਏ। ਅੱਖਾਂ ਨਾਲ ਕੰਮ ਦਿਖੇ ਜਾਂਦੇ, ਇਹਨਾਂ ਨੂੰ ਕੋਈ ਹੋਰ ਅੱਖਾਂ ਲੱਗੀਆਂ ਨੇ। ਉਹ ਕਹਿੰਦੇ ਮਾਟਰਾਂ ਦੇ ਡਾਂਗਾਂ ਮਾਨੇ ਰਹਿੰਦੀਆਂ ਸੀ, ਉਹ ਵੱਜਦੀਆਂ ਪਈਆਂ, 4 ਦਿਨ ਰਹਿ ਗਏ ਉਹ ਵੀ ਪੂਰੀਆਂ ਹੋ ਜਾਣੀਆਂ ਤੇ ਸਾਰੇ ਕੰਮ ਖਤਮ ਹੈ। ਉਸ ਤੋਂ ਬਾਅਦ ਚੋਣਾਂ ਲੜਨੀਆਂ, ਸਰਕਾਰ ਅਸੀਂ ਫੇਰ ਬਣਾ ਲੈਣੀ ਆ। ਪ੍ਰਸ਼ਾਂਤ ਕਿਸ਼ੋਰ ਜਿੰਦਾਬਾਦ ਆ। ਬਿਲਕੁਲ ਜੀ। ਹੁਣ ਜਿਹੜਾ ਉਹਨਾਂ ਨੇ ਊਂਠ ਤੋਂ ਛਾਣਨੀ ਲਾਈ ਆ, ਇੱਕ ਜਿਹੜੇ ਗੈਰ ਜ਼ਮੀਨੇ ਕਾਸ਼ਤਕਾਰ ਨੇ ਉਹਨਾਂ ਦੇ ਕਰਜ਼ਿਆਂ ਦੇ ਉੱਤੇ ਲੀਕ ਮਾਰਨ ਦੀ ਗੱਲ ਕੀਤੀ ਆ। 2 ਲੱਖ ਤੋਂ ਜ਼ਿਆਦਾ ਉਹ ਲੋਕ ਨੇ ਜਿਨ੍ਹਾਂ ਦੇ ਇਹ ਕਰਜ਼ੇ ਨੇ ਤੇ 20,000 ਰੁਪਇਆ ਪਰ ਹੈਡ ਉਹਦਾ ਖਰਚ ਕਿਹਾ ਉਹਨਾਂ ਨੇ ਜਿਹੜਾ ਮਾਫ ਕਰਨਾ ਜੀ। ਤੇ 590 ਕਰੋੜ ਦਾ ਇੱਕ ਕਰਜ਼ਾ ਸੀ ਜਿਹੜਾ ਮਾਫ ਕੀਤਾ। ਤੁਹਾਨੂੰ ਯਾਦ ਹੋਣਾ ਕਿ 2017 ਦੇ ਵਿੱਚ ਜਦੋਂ ਚੋਣਾਂ ਦਾ ਪ੍ਰਚਾਰ ਚੱਲਦਾ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਕਿਸਾਨ ਭਰਾਵਾਂ ਨੂੰ ਇਹ ਗੱਲ ਔਨ ਸਟੇਜ ਔਨ ਰਿਕਾਰਡ ਚੋਣ ਰੈਲੀ ਦੌਰਾਨ ਕੈਪਟਨ ਸਾਹਿਬ ਨੇ ਕਹੀ ਸੀ ਕਿ ਤੁਹਾਨੂੰ ਤੁਹਾਡੇ ਕਰਜ਼ੇ ਜਿਹੜੇ ਆ ਉਹ ਤਾਰਨ ਦੀ ਲੋੜ ਨਹੀਂ ਆ, ਪੇ ਕਰਨ ਦੀ ਲੋੜ ਨਹੀਂ ਆ, ਉਹ ਮੈਂ ਕਰਾਂਗਾ ਜੀ। ਇਹ ਵੀ ਗੱਲ ਕਹੀ ਸੀ ਕਿ ਚਾਹੇ ਉਹ ਕਿਸਾਨ ਦੀਆਂ ਸਹਿਕਾਰੀ ਸਭਾਵਾਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਉਹਨਾਂ ਦੇ ਕਰਜ਼ੇ ਹੋਣ ਉਹ ਵੀ ਮੈਂ ਦੇਵਾਂਗਾ, ਜੇ ਉਹ ਬੈਂਕਾਂ ਦੇ ਹੋਣਗੇ ਉਹ ਵੀ ਮੈਂ ਦੇਵਾਂਗਾ ਤੇ ਜੇ ਆੜ੍ਹਤੀਆਂ ਦੇ ਹੋਣਗੇ ਤੇ ਉਹ ਵੀ ਮੈਂ ਦੇਵਾਂਗਾ ਜੀ। ਤੇ ਅਸੀਂ ਇਹ ਗੱਲ ਜਾਣਦੇ ਹਾਂ ਕਿ ਭਾਰਤ ਦੀਆਂ ਚੋਣਾਂ ਦੇ ਸੰਬੰਧ 'ਚ ਜਦੋਂ ਅਸੀਂ ਸੰਬੰਧ 'ਚ ਜਾਂ ਸੰਦਰਭ 'ਚ ਅਸੀਂ ਗੱਲ ਕਰਦੇ ਹਾਂ ਤੇ ਅਕਸਰ ਇਹ ਗੱਲ ਚੋਣ ਵਿਸ਼ਲੇਸ਼ਕਾਂ ਵੱਲੋਂ, ਐਨਾਲਿਸਟ ਵੱਲੋਂ, ਸਿਆਣੇ ਲੋਕਾਂ ਵੱਲੋਂ ਉਠਾਈ ਜਾਂਦੀ ਆ ਕਿ ਜਿਹੜਾ ਚੋਣ ਮਨੋਰਥ ਪੱਤਰ ਆ ਉਹਨੂੰ ਕਾਨੂੰਨੀ ਡਾਕੂਮੈਂਟ ਐਲਾਨ ਕੀਤਾ ਜਾਵੇ ਜੀ, ਤਾਂ ਜੋ ਕੋਈ ਵੀ ਜਿਹੜਾ ਰਾਜਸੀ ਲੀਡਰ ਆ ਆਪਣੀਆਂ ਵੋਟਾਂ ਲੈਣ ਲਈ ਲੋਕਾਂ ਨਾਲ ਝੂਠ ਨਾ ਬੋਲ ਸਕੇ। ਤੁਸੀਂ ਦੇਖਦੇ ਆ ਸਮੇਂ ਦੌਰਾਨ ਜਿਹੜੀਆਂ ਟੈਲੀਵਿਜ਼ਨ ਦੇ ਵਿੱਚ ਮਸ਼ਹੂਰੀਆਂ ਆਉਂਦੀਆਂ ਜਾਂ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਜਿਹੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਲਗਾਮ ਕੱਸੀ ਜਾਂਦੀ ਹੈ। ਉਹਦੇ ਬਾਰੇ ਵੀ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਕਰੀਮ ਤੁਸੀਂ ਲਾਉਣ ਨੂੰ ਕਹਿੰਦੇ ਆ ਇਹਦੇ ਨਾਲ ਰੰਗ ਚਿੱਟਾ ਨਹੀਂ ਹੁੰਦਾ ਜੀ।
ਜਾਂ ਜਿੰਨੇ ਤੁਸੀਂ ਕੱਪੜੇ ਦੇ ਕਹਿੰਦੇ ਆ ਕਿ ਆਹ ਸਰਫ ਪਾ ਲਓ ਤੇ ਕੱਪੜੇ ਚਿੱਟੇ ਉਹਨੇ ਨਹੀਂ ਹੁੰਦੇ। ਉਹ ਰੰਗ ਵੀ ਢਾ ਦਿੰਦੀਆਂ। ਤੇ ਬਿਲਕੁਲ ਉਹੋ ਹੀ ਹਾਲਾਤ ਨੇ ਕਿ ਜੋ ਤੁਸੀਂ ਵਾਅਦੇ ਕਰਦੇ ਆ ਲੋਕਾਂ ਨਾਲ ਕਿ ਅਸੀਂ ਚੋਣਾਂ ਜਿਹੜੀਆਂ ਜਿੱਤਣੀਆਂ ਨੇ, ਵੋਟਾਂ ਸਾਨੂੰ ਪਾ ਦਿਓ, ਅਸੀਂ ਤੁਹਾਡੇ ਕਰਜ਼ੇ ਮਾਫ ਕਰ ਦਿਆਂਗੇ, ਇਹੋ ਜਿਹੇ ਵਾਅਦੇ ਜਿਹੜੇ ਆ ਉਹ ਕਾਨੂੰਨੀ ਡਾਕੂਮੈਂਟ ਹੋਵੇ ਜੋ ਤੁਸੀਂ ਕਹਿੰਦੇ ਆ। ਇਹ ਤੁਸੀਂ ਕੋਈ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਜੀ। ਸਮਾਜਿਕ ਤੁਹਾਡਾ ਇੱਕ ਰੁਤਬਾ ਆ, ਤੁਸੀਂ ਪ੍ਰਦੇਸ਼ ਦੇ ਮੁੱਖ ਮੰਤਰੀ ਹੋ, ਮੁੱਖ ਮੰਤਰੀ ਦੀ ਜਾਂ ਚੋਣ ਲੜਨ ਜਾ ਰਹੇ ਹੋ ਜਾਂ ਤੁਸੀਂ ਐਮਐਲਏ ਬਣਨਾ, ਉਸ ਤੋਂ ਬਾਅਦ ਇਹ ਕਨਫਰਮ ਆ ਕਿ ਤੁਸੀਂ ਪਾਰਟੀ ਦੇ ਸਟੇਟ ਹੈੱਡ ਹੋ ਤੇ ਤੁਸੀਂ ਉਸ ਚੋਣ ਨੂੰ ਲੜਨ ਤੋਂ ਬਾਅਦ ਤੁਸੀਂ ਮੁੱਖ ਮੰਤਰੀ ਬਣਨਾ ਜੀ। ਤੇ ਤੁਸੀਂ ਕਿਸ ਆਧਾਰ ਨਾਲ ਇਹ ਗੱਲ ਕਹਿ ਰਹੇ ਸੀ ਕਿ ਮੈਂ ਸਾਰੇ ਪੰਜਾਬ ਦੇ ਕਰਜ਼ੇ ਮਾਫ ਕਰੂੰਗਾ? ਤੇ ਜਦੋਂ ਸ਼ੁਰੂਆਤ ਹੋਈ ਸੀ ਤੇ ਕੁਝ ਕਰਜ਼ੇ ਮਾਫ ਕੀਤੇ ਵੀ ਸੀ, 2-2 ਲੱਖ ਤੱਕ ਦੀ ਲਿਮਿਟ ਬਣਾਈ ਸੀ ਕਿ 5 ਕਿੱਲੇ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ 2 ਲੱਖ ਪ੍ਰਤੀ ਕਿਸਾਨ ਕਰਜ਼ਾ ਆ ਉਹ ਮਾਫ ਕੀਤਾ ਜਾਊਗਾ। ਪਰ ਜਦੋਂ ਤੁਸੀਂ ਵਾਅਦਾ ਕੀਤਾ ਸੀ, ਤੁਸੀਂ ਇਹ ਗੱਲ ਨਹੀਂ ਕਹੀ ਸੀ ਕਿ 2 ਲੱਖ ਤੱਕ ਮਾਫ ਕਰਾਂਗੇ। ਤੁਸੀਂ ਸਾਫ਼ ਸ਼ਬਦਾਂ 'ਚ ਤਿੰਨੇ ਗੱਲਾਂ ਸਾਫ਼-ਸਾਫ਼ ਕੀਤੀਆਂ ਸੀ ਕਿ ਕਿਸਾਨ ਭਰਾਵੋ, ਤੁਹਾਨੂੰ ਤੁਹਾਡੇ ਕਰਜ਼ੇ ਤਾਰਨ ਦੀ ਲੋੜ ਨਹੀਂ। ਕਰਜ਼ੇ ਤੁਹਾਡੇ ਚਾਹੇ ਆੜ੍ਹਤੀਆਂ ਦੇ ਹੋਣ, ਕਰਜ਼ੇ ਤੁਹਾਡੇ ਚਾਹੇ ਕੋਆਪਰੇਟਿਵ ਸੁਸਾਇਟੀ ਦੇ ਹੋਣ, ਕਰਜ਼ੇ ਤੁਹਾਡੇ ਚਾਹੇ ਨੈਸ਼ਨਲਾਈਜ਼ ਬੈਂਕ ਦੇ ਹੋਣ, ਮੈਂ ਮੋੜੂੰਗਾ। ਤੇ ਦੋ ਦੇ ਤੇ ਮੋੜ ਦਿੱਤੇ। ਜਿਹੜੇ 5 ਲੱਖ ਤੋਂ ਘੱਟ ਵਾਲੇ ਕਿਸਾਨ ਨੇ ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ। ਤੇ ਜਿਹੜੇ ਹੁਣ ਬੇਜ਼ਮੀਨੇ ਸੀ ਜਾਂ ਗੈਰ ਜ਼ਮੀਨ ਵਾਲੇ ਕਾਸ਼ਤਕਾਰ ਨੇ, ਜਿਹੜੇ ਠੇਕੇ ਤੇ ਬਟਾਈ ਤੇ ਲੈ ਕੇ ਖੇਤੀ ਕਰਦੇ ਆ ਦੂਸਰੇ ਦੇ ਖੇਤਾਂ ਦੇ ਵਿੱਚ, ਉਹਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕਰਨ ਦੀ ਗੱਲ ਕੀਤੀ ਆ। ਤੇ ਕੱਲ ਹੀ ਗੱਲ ਕੀਤੀ ਆ ਤੇ ਹਾਲੇ ਤੱਕ ਤਾਂ ਸਿਰਫ ਇਸ ਗੱਲ ਦੀ ਵਾਹ-ਵਾਹੀ ਹੋ ਰਹੀ ਆ ਕਿ 20,000 ਤੱਕ ਹਰ ਬੰਦੇ ਦਾ ਕਰਜ਼ਾ ਮਾਫ ਕਰ ਦਿੱਤਾ। ਇਸ ਤੋਂ ਪਹਿਲਾਂ ਕੁਝ ਹੋਰ ਕਰਜ਼ੇ ਵੀ ਮਾਫ ਕੀਤੇ ਗਏ ਸੀ, SCBCs ਨਾਲ ਜਿਹੜੇ ਜੁੜੇ ਹੋਏ ਕਰਜ਼ੇ ਸੀ, ਉਹ ਵੀ ਥੋੜੀ ਅਮਾਊਂਟ ਸੀ ਤੇ ਉਹ ਵੀ ਮਾਫ ਕੀਤੇ ਗਏ ਸੀ। ਦੇਖੋ, ਨਿੱਜੀ ਤੌਰ ਤੇ ਮੈਂ ਕਰਜ਼ੇ ਮਾਫੀ ਦਾ ਗਵਾਹ ਨਹੀਂ ਆ, ਮੈਂ ਚਾਹੁੰਦਾ ਨਹੀਂ ਕਿ ਕਰਜ਼ੇ ਮਾਫ ਕੀਤੇ ਜਾਣ, ਜਾਂ ਮੈਂ ਚਾਹੁੰਦਾ ਹਾਂ ਕਰਜ਼ੇ ਮਾਫ ਕੀਤੇ ਜਾਣ, ਇੱਕ ਅਲੱਗ ਗੱਲ ਆ। ਪਰ ਇਹੋ ਜਿਹੇ ਵਾਅਦੇ ਕੀਤੇ ਹੀ ਕਿਉਂ ਜਾਣ ਜਿਹੜੇ ਵਫਾ ਨਹੀਂ ਹੋ ਸਕਦੇ, ਜਿਨ੍ਹਾਂ ਨੂੰ ਤੁਸੀਂ ਬਾਅਦ ਵਿੱਚ ਹੱਲ ਨਹੀਂ ਕਰ ਸਕਦੇ। ਸੋ ਉਹਨਾਂ ਨੇ ਕੁਝ ਅਮਾਊਂਟ ਜਿਹੜੀ ਆ ਮਾਫ ਕੀਤੀ ਆ, ਉਹ ਛੋਟੇ ਕਿਸਾਨ ਨੇ, ਉਹਨਾਂ ਦਾ ਇਹਦੇ ਵਿੱਚ ਜ਼ਰੂਰ ਭਲਾ ਹੋਵੇਗਾ। ਇਹਨੂੰ ਜੇ ਅਸੀਂ ਕੋਵਿਡ ਦੇ ਦੌਰ ਨਾਲ ਜੋੜ ਕੇ ਦੇਖੀਏ ਤਾਂ ਉਹਨਾਂ ਦਾ ਵਾਕਿਆ ਹੀ ਇੱਕ ਜਿਹੜਾ ਫਿਕਰ ਆ ਮਨ ਚੋਂ ਲੈ ਜਾਏਗਾ। ਪਰ ਆਉਣ ਵਾਲੇ ਦਿਨਾਂ 'ਚ ਉਹ ਲਿਸਟਾਂ ਬਣਨਗੀਆਂ, ਸੁਸਾਇਟੀ ਦੇ ਜਿਹੜੇ ਸੈਕਟਰੀ ਨੇ ਜਾਂ ਬੈਂਕਾਂ ਦੇ ਅਫੀਸ਼ੀਅਲਸ ਨੇ ਉਹ ਕਿੱਦਾਂ ਇਸ ਚੀਜ਼ ਨੂੰ ਦੇਖਦੇ ਨੇ, ਕਿੱਦਾਂ ਨਹੀਂ ਦੇਖਦੇ। ਤੇ ਬੀਤੇ ਦਿਨਾਂ 'ਚ ਅਸੀਂ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਨਵਾਂ ਸਹਿਕਾਰਤਾ ਮੰਤਰਾਲਿਆ ਜਿਹੜਾ ਵਿਭਾਗ ਆ ਉਹ ਕੇਂਦਰ ਸਰਕਾਰ ਨੇ ਬਣਾ ਲਿਆ। ਉਹ ਨਾ ਇਹਦੇ 'ਚ ਕੋਈ ਜਿਹੜੇ ਚਡਾਉਣ ਕੇ ਜਿਹੜੀਆਂ ਸੁਸਾਇਟੀਜ਼ ਆ ਜਾਂ ਜਿਹੜੀਆਂ ਸਰਕਾਰੀ ਜਾਂ ਸਹਿਕਾਰੀ ਬੈਂਕਾਂ ਨੇ ਜਿਹੜੀਆਂ, ਉਹ ਇਹਨਾਂ ਨੂੰ ਕਿੱਦਾਂ ਦੇਖਦੀਆਂ ਨੇ, ਕਿੱਦਾਂ ਨਹੀਂ ਦੇਖਦੀਆਂ, ਆਉਣ ਵਾਲੇ ਦਿਨਾਂ 'ਚ ਕੀ ਹੋਵੇਗਾ, ਉਹ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਗੀਆਂ। ਪਰ ਹਾਲ ਦੀ ਘੜੀ ਇੱਕ ਐਲਾਨ ਜ਼ਰੂਰ ਹੋ ਗਿਆ ਕਿ 590 ਕਰੋੜ ਦੇ ਗੈਰ ਕਾਸ਼ਤਕਾਰ ਲੋਕਾਂ ਦੇ ਜਿਹੜੇ ਕਰਜ਼ੇ ਆ ਉਹ ਪੰਜਾਬ ਸਰਕਾਰ ਨੇ ਮਾਫ ਕਰ ਦਿੱਤੇ। ਜੀ ਬਿਲਕੁਲ ਜੀ, ਜਿਹੜਾ ਕੱਲ ਕੈਪਟਨ ਨੇ ਐਲਾਨ ਕੀਤਾ ਕਰਜ਼ੇ ਮਾਫੀ ਦਾ, ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਮੈਦਾਨ 'ਚ ਨਿਤਰੀਆਂ ਨੇ। ਉਹ ਕਹਿੰਦੀਆਂ ਵੀ ਇਹ ਹੁਣ ਵਾਅਦੇ ਤੋਂ ਭੱਜ ਰਿਹਾ ਕੈਪਟਨ, ਕੀ ਕਹਿਣਾ ਚਾਹੁੰਦੇ ਹੋ? ਸਵਲੀਨ, ਵਾਕਿਆ ਤੁਹਾਡੀ ਗੱਲ ਇਹ ਮੰਨਣਯੋਗ ਆ, ਕਿਉਂਕਿ ਮਜ਼ਦੂਰ ਵਰਗ ਤੇ ਜਾਂ ਘੱਟ ਜਿਹਨਾਂ ਦੀ ਜ਼ਮੀਨ ਆ, ਉਹ ਲੋਕ ਇਸ ਅੰਦੋਲਨ ਨਾਲ ਵੱਡੇ ਪੱਧਰ ਤੇ ਜੁੜੇ ਆ। ਜੇ ਤੁਸੀਂ ਉੱਥੇ ਕਹੋ ਵੀ ਜਿਹਦਾ 200 ਖੇਤ ਆ, 400 ਖੇਤ ਆ, ਉਹ ਉੱਥੇ ਜਾ ਕੇ ਤੰਬੂ 'ਚ ਨਹੀਂ ਬੈਠਾ। ਉੱਥੇ ਤਾਂ ਕਨਾਲਾਂ ਵਾਲੇ, 2 ਕਨਾਲ 4 ਕਨਾਲ ਖੇਤ, 1.5 ਖੇਤ ਵਾਲੇ ਮਜ਼ਦੂਰ ਵਰਗ ਅੰਦੋਲਨ ਨਾਲ ਬਹੁਤ ਵੱਡੇ ਪੱਧਰ ਤੇ ਜੁੜਿਆ ਹੋਇਆ, ਤੇ ਮਜ਼ਦੂਰ ਵੀ ਉਹਦੇ ਨਾਲ ਹੀ ਜੁੜਿਆ ਹੋਇਆ। ਇਹ ਦੇਖਦੇ ਕਿ ਜਿਹੜਾ ਕੈਪਟਨ ਨੇ ਐਲਾਨ ਕੀਤਾ ਆ 590 ਕਰੋੜ ਦਾ, ਜਿੱਦਾਂ ਸ਼ਰਮਾ ਜੀ ਨੇ ਦੱਸਿਆ, ਇਹ ਉਸ ਸੰਦਰਭ ਦੀ ਕੜੀ ਆ ਜਿਹੜੀ ਪਿਛਲੇ ਦਿਨੀ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਂਦੇ ਆ ਤੇ 18 ਨੁਕਾਤੀ ਪ੍ਰੋਗਰਾਮ ਏਜੰਡਾ ਉਹਨਾਂ ਦੇ ਹੱਥ 'ਚ ਫੜਾ ਦਿੱਤਾ ਜਾਂਦਾ ਵੀ ਇਹ ਤੇ ਜਾ ਕੇ ਕੰਮ ਕਰੋ, ਮਹੀਨੇ ਰਹਿ ਗਏ 6 ਸਾਰੇ ਸਰਕਾਰ ਦੇ ਪੰਜਾਬ ਦੇ ਵਿੱਚ, ਜੇ ਤੇ ਕੰਮ ਕਰੋਗੇ ਤਾਂ ਫਿਰ ਹੀ ਆਪਾਂ ਦੁਬਾਰਾ ਇਲੈਕਸ਼ਨਾਂ ਦੇ ਵਿੱਚ ਜਾ ਸਕਦੇ। ਕਿਉਂਕਿ ਵੱਖ-ਵੱਖ MLA ਦੀਆਂ ਵੀ ਜਦੋਂ ਮੀਟਿੰਗਾਂ ਰਾਹੁਲ ਗਾਂਧੀ ਨਾਲ ਹੁੰਦੀਆਂ ਆ ਜਾਂ ਕਮੇਟੀ ਦੇ ਨਾਲ ਹੁੰਦੀਆਂ, ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਲੋਕਾਂ ਦੇ ਵਿੱਚ ਜਾਈਏ ਕਿੱਦਾਂ, ਅਸੀਂ ਜੋ ਵਾਅਦੇ ਕੀਤੇ ਸਾਤੋਂ ਉਹ ਪੂਰੇ ਨਹੀਂ ਕਰ ਹੋਏ। ਇਹ ਉਹ 18 ਨੁਕਾਤੀ ਪ੍ਰੋਗਰਾਮ ਜਿਹੜਾ ਸੀ ਕੈਪਟਨ ਦਾ, ਉਹਦਾ ਅਧੀਨ ਇਹ ਕੱਲ੍ਹ ਜਿਹੜਾ ਐਲਾਨ ਹੋਇਆ ਆ, ਉਹਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਆ ਸਹਿਕਾਰਤਾ ਵਿਭਾਗ ਨਾਲ ਜੁੜੀਆਂ ਹੋਈਆਂ ਸੁਸਾਇਟੀਆਂ ਆ, ਤੇ ਉਹ ਜਿਨ੍ਹਾਂ ਦੀ ਖੇਤੀ ਜਿਹੜੀ ਆ ਉਹ ਬਹੁਤ ਘੱਟ ਆ ਜਾਂ ਬੇਜ਼ਮੀਨ ਨਹੀਂ ਆ, ਜਿਹਨਾਂ ਦੀ ਹੈ ਹੀ ਨਹੀਂ ਕਿਸੇ ਦੀ ਜ਼ਮੀਨ ਲੈ ਕੇ, ਜਿੱਦਾਂ ਸ਼ਰਮਾ ਜੀ ਦੱਸਿਆ ਕਰਦੇ ਆ, ਉਹਨਾਂ ਲਈ ਇਹ ਜਿਹੜੇ ਲਾਭਪਾਤਰੀਆਂ ਨੂੰ ਇਹ ਜਿਹੜਾ ਫਾਇਦਾ ਦਿੱਤਾ ਜਾਣਾ ਆ, ਇਹਦਾ ਐਲਾਨ ਹੋ ਗਿਆ ਆ। 20 ਅਗਸਤ ਤਰੀਕ ਇਹਦੀ ਵੀ ਇਸੇ ਕਰਕੇ ਰੱਖੀ ਗਈ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਸ਼੍ਰੀ ਰਾਜੀਵ ਗਾਂਧੀ ਹੋਏ ਆ, ਉਹਨਾਂ ਦਾ ਜਨਮ ਦਿਨ ਉਸ ਦਿਨ ਹੁੰਦਾ ਆ। ਉਸ ਦਿਨ ਤੇ ਕਾਂਗਰਸ ਕੋਈ ਨਾ ਕੋਈ ਇਸ ਤਰ੍ਹਾਂ ਦਾ ਐਲਾਨ ਕਰਦੀ ਆ ਜਾਂ ਉਸ ਦਿਨ ਨੂੰ ਇਦਾਂ ਮਨਾਉਂਦੀ ਆ। 20 ਅਗਸਤ ਦਾ ਦਿਨ ਰੱਖਿਆ ਗਿਆ ਆ, ਜਿਹਦੇ ਵਿੱਚ ਦੇਖਿਆ ਗਿਆ ਕਿ ਜਿਵੇਂ ਆਪਾਂ 590 ਕਰੋੜ ਦਾ ਜਿਹੜਾ ਇਹ ਫਾਇਦਾ ਹੋਣਾ ਆ, ਇਹ ਤਕਰੀਬਨ 2,85,000 ਦੇ ਨੇੜੇ ਤੇੜੀ ਦੀ ਜਿਹੜੀ ਫਿਗਰ ਆ ਰਹੀ, ਉਹਨਾਂ ਨੂੰ 20,000 ਦੇ ਨੇੜੇ ਤੇੜੀ ਦੀ ਇਹ ਰਕਮ ਜਾਣੀ ਆ। ਹੁਣ ਇਹ ਐਲਾਨ ਹੀ ਰਹਿ ਜਾਂਦਾ ਆ ਜਾਂ ਕਿੰਨਾ ਫਾਇਦਾ ਗਰਾਊਂਡ ਤੇ ਹੋ ਪਾਉਂਦਾ ਆ, ਕਿਉਂਕਿ ਜ਼ਮੀਨ ਤੇ ਜਦੋਂ ਸਰਕਾਰਾਂ ਦੇ ਐਲਾਨ ਹੁੰਦੇ, ਜ਼ਮੀਨ ਤੇ ਧਰਾਤਲ ਤੇ ਜਾਂਦੇ ਉਹ ਬਹੁਤ ਕਹਿ ਸਕਦੇ ਕਿ ਹੇਠਲੇ ਦਰਜੇ ਤੱਕ ਜਾਂਦੇ ਉਹ ਪੂਰੇ ਰਹਿੰਦੇ ਨਹੀਂ ਹੈਗੇ, ਕਿਉਂਕਿ ਉਸ ਵੇਲੇ ਤੱਕ ਅਫਸਰਸ਼ਾਹੀ ਜਿਹੜੀ ਆ ਆਪਣੀਆਂ ਹੋਰ ਨਵੀਆਂ ਵਿੱਚ ਕਿੱਤਾ ਛੱਡ ਦਿੰਦੀ ਆ। ਤੇ ਉਸ ਹਿਸਾਬ ਦੇ ਨਾਲ ਜਿਵੇਂ ਕਿ ਹੁਣ ਇਹ ਜਿਹੜੇ ਫਾਰਮ ਵੀ ਭਰੇ ਜਾ ਰਹੇ ਆ, ਮੈਂ ਖੇਤੀ ਡਿਪਾਰਟਮੈਂਟ ਵਿੱਚ ਜਾ ਕੇ ਦੇਖ ਕੇ ਆਇਆ,
ਉੱਥੇ ਵੀ ਉਹਨੇ ਲੈ ਰਿਹਾ ਇੱਕ ਸਵੈ ਘੋਸ਼ਣਾ ਪੱਤਰ ਲੈ ਰਿਹਾ ਵੀ ਮੈਂ 2.5 ਏਕੜ ਤੋਂ ਘੱਟ ਦਾ ਇਸ ਵੇਲੇ ਮਾਲਕ ਆ। ਜੀ ਜੇ ਕੋਈ 2.5 ਏਕੜ ਤੋਂ ਕਿਸੇ ਦੀ ਕਨਾਲ ਵੀ ਵਧਿਆ ਤਾਂ ਸਮਝ ਲਓ ਉਹ ਨਿਕਲ ਗਿਆ। ਜਾਂ ਤਾਂ ਉਹ ਆਪਣੀ ਸਵੈ ਘੋਸ਼ਣਾ ਪੱਤਰ ਜਿਹੜਾ ਹੈ ਉਹ ਗਲਤ ਦਊਗਾ। ਜੀ ਉਸ ਵੇਲੇ ਜਦੋਂ ਇਹ ਆਣੇ ਆ ਪੈਸੇ, ਉਸ ਵੇਲੇ ਤੱਕ ਅਫਸਰਾਂ ਨੇ ਵੀ ਦੇਖਣਾ ਵੀ ਹੁਣ ਇਲੈਕਸ਼ਨ ਦਾ ਮੂਹਰੇ ਸਮਾਂ ਆ ਗਿਆ, ਕੋਈ ਪੁੱਛ ਪੜਤਾਲ ਹੋਣੀ ਨਹੀਂ ਹੈਗੀ, ਪਿੰਡ ਦੇ ਸਰਪੰਚ ਦੀ ਮੋਹਰ ਲੱਗ ਰਹੀ ਆ ਸਵੈ ਘੋਸ਼ਣਾ ਪੱਤਰ ਦੇ ਉੱਤੇ। ਇਹ ਸਾਰੀਆਂ ਗੱਲਾਂ ਜਦੋਂ ਧਰਾਤਲ ਤੇ ਆਣ ਕੇ ਇੰਪਲੀਮੈਂਟ ਹੋਣਗੀਆਂ ਉਦੋਂ ਦੇਖਿਆ ਜਾਊਗਾ ਕਿ ਕੀ ਇਸ ਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਸਭ ਤੋਂ ਵੱਡੀ ਜਿਹੜੀ ਗੱਲ ਆ, ਕੁੱਲ ਕਰਜ਼ਾ ਜਿਹੜਾ ਸੀਗਾ ਇਹ 10 ਲੱਖ ਤੋਂ ਉੱਪਰ ਕਿਸਾਨ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਸੋਚ ਰਹੇ ਆ ਵੀ ਹਜੇ ਤੱਕ ਜਿੰਨਾ ਵੀ ਇਸ ਟੀਚੇ ਨੂੰ ਪੂਰਾ ਨਹੀਂ ਕਰ ਸਕਿਆ ਕਿ ਸਰਕਾਰ ਜਿਹੜੀ ਬਣੀ ਆ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਜਾਂ ਪੀਕੇ ਨੇ ਕੋਈ ਅੰਦਾਜ਼ਾ ਲਾਇਆ ਹੀ ਨਹੀਂ ਸੀ। ਉਸ ਵੇਲੇ ਤਾਂ ਹਵਾ ਛੱਡ ਦਿੱਤਾ ਵੀ ਅਸੀਂ ਬੈਂਕਾਂ ਦੇ ਵੀ ਦੇਵਾਂਗੇ, ਸੁਸਾਇਟੀਆਂ ਦੇ ਵੀ ਦੇਵਾਂਗੇ, ਆੜ੍ਹਤੀਆਂ ਦੇ ਵੀ ਦੇਵਾਂਗੇ। 10 ਲੱਖ ਤੋਂ ਉੱਪਰ ਕਿਸਾਨ ਸੀਗੇ ਜਿਨ੍ਹਾਂ ਦਾ 10,000 ਕਰੋੜ ਤੋਂ ਉੱਪਰ ਦੀ ਇਹ ਰਕਮ ਬਣਦੀ ਸੀ, ਪਰ ਹਜੇ ਤਾਂ ਇਹ ਜਿਹੜੀ ਆ ਰਹੀ ਹੈ ਇਹ ਤਾਂ 100 'ਚ ਹੀ ਆ ਰਹੀ ਹੈ, 590 ਕਰੋੜ ਦੀ ਹੋਈ ਆ। ਇਸ ਕਰਕੇ ਇਹ ਜਿਹੜਾ ਫਾਇਦਾ ਦੇ ਰਹੇ ਕਿਸਾਨਾਂ ਨੂੰ, ਇਹ ਲੱਗ ਰਿਹਾ ਕਿ ਥੋੜੇ ਪੱਧਰ ਨੂੰ ਮਿਲੇਗਾ, ਬਾਕੀ ਬਹੁਤ ਵੱਡੇ ਪੱਧਰ ਤੇ ਹਜੇ ਵੀ ਕਿਸਾਨ ਇਸ ਜਿਹੜੀ ਕਰਜ਼ਾ ਮਾਫੀ ਦੀ ਸਕੀਮ ਤੋਂ ਵਿਰਵੇ ਰਹਿ ਜਾਣਗੇ। ਜਿਹੜਾ ਕਰਜ਼ਾ ਮਾਫੀ ਦੀ ਗੱਲ ਸਿਰੇ ਨਹੀਂ ਚੜੀ ਤੇ ਚੜੀ ਤਾਂ ਕੋਈ ਵੀ ਨਹੀਂ ਗਈ। ਜਿਹੜੇ ਕੈਪਟਨ ਨੇ ਕਿਹਾ ਸੀਗਾ ਕਿ ਅਸੀਂ ਮੋਬਾਈਲ ਫੋਨ ਵੰਡਾਂਗੇ, ਉਹ ਵੀ 10+2 ਦੇ ਕੁਝ ਬੱਚਿਆਂ ਨੂੰ ਵੰਡ ਕੇ ਹਟ ਗਏ। ਜੇ ਆਪਾਂ ਕਹੀਏ ਵੀ 4-5 ਸਾਲ ਦੇ ਵਿੱਚ ਜਿੰਨਾ ਫੋਨ ਵੰਡਣਾ ਚਾਹੀਦਾ ਉਹ ਤਾਂ ਵੰਡਿਆ ਨਹੀਂ ਹੈਗਾ, ਚਾਹੇ ਅਸੀਂ ਇਸ ਚੀਜ਼ ਦੇ ਹਾਮੀ ਨਹੀਂ ਹੈਗੇ, ਪਰ ਜੋ ਐਲਾਨ ਕੀਤੇ ਸੀਗੇ ਉਹ ਪੂਰਾ ਤਾਂ ਕਿਸੇ ਪਾਸੇ ਵੀ ਨਹੀਂ ਹੋਇਆ। ਇਸ ਕਰਕੇ ਜੋ ਵੀ ਇਹਨਾਂ ਵੱਲੋਂ ਕਿਹਾ ਗਿਆ ਸੀ, ਉਸ ਜਿਹੜੇ ਭਾਵੇਂ ਆਪਣੇ ਉਹ ਕਾਗਜ਼ਾਂ 'ਚ ਕੁਝ ਕਹੀ ਜਾਣ ਵੀ ਅਸੀਂ 485 ਕਰਤੇ, ਅਸੀਂ ਫਲਾਨਾ ਕਰਤਾ, ਉਹ ਕਰਤਾ, ਜੇ ਕਰਤਾ, ਗਰਾਊਂਡ ਤੇ ਜੋ ਐਲਾਨ ਕੀਤੇ ਗਏ ਸੀ ਉਹਦੇ ਵਿੱਚ ਹਜੇ ਨਾ ਬੇਅਦਬੀ ਕਾਂਡ ਤੇ ਕੋਈ ਮਸਲਾ ਹੱਲ ਹੋਇਆ ਤੇ ਨਾ ਹਜੇ ਤੱਕ ਮੋਬਾਈਲਾਂ ਵਾਲੀ ਗੱਲ ਤੇ ਪੂਰਾ ਉੱਤਰ ਹੋਇਆ, ਨਾ ਕਰਜ਼ੇ ਵਾਲੀ ਗੱਲ ਤੇ ਪੂਰਾ ਉੱਤਰ ਹੋਇਆ, ਤੇ ਨਾ ਸਿਹਤ ਸੇਵਾਵਾਂ ਜਿਹੜੀਆਂ ਦੇਣੀਆਂ ਸੀ ਉਹ ਉਸ ਪੱਧਰ ਦੀਆਂ ਅਸੀਂ ਸਿਹਤ ਸੇਵਾਵਾਂ ਹਜੇ ਵੀ ਪੰਜਾਬ ਸਰਕਾਰ ਦੇਣ ਦੇ ਵਿੱਚ ਅਸਮਰੱਥ ਰਹੀ ਹੈ। ਜੀ, ਪੰਜਾਬ ਦੀ ਰਾਜਨੀਤੀ ਹੋਰ ਵੀ ਖੰਗਾਲਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਅਸੀਂ ਗੱਲ ਕੀਤੀ ਹੈ ਪੰਜਾਬ ਸਰਕਾਰ ਦੀ ਤੇ ਹੁਣੇ-ਹੁਣੇ ਖਬਰਾਂ ਆ ਰਹੀਆਂ ਨੇ ਕਿ ਹਰੀਸ਼ ਰਾਵਤ ਨੇ ਇਹ ਕਹਿ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸ਼ਰਮਾ ਜੀ, ਹਰੀਸ਼ ਰਾਵਤ ਨੇ ਤੇ ਕਹਿ ਦਿੱਤਾ ਹੈ ਕਿ ਉਹਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਜਾ ਸਕਦਾ, ਪਰ ਵਿਰੋਧੀ ਖੇਮਾ ਜਿਹੜਾ ਉਹ ਇਹ ਕਹਿ ਰਿਹਾ ਹੈ ਕਿ ਸਿੱਧੂ ਜਿਹੜਾ ਆ ਇਹ ਪ੍ਰਦੇਸ਼ ਪ੍ਰਧਾਨ ਬਣ ਕੇ ਜ਼ਮੀਨੀ ਪੱਧਰ ਤੇ ਕੰਮ ਨਹੀਂ ਕਰ ਸਕਦਾ ਕਿਉਂਕਿ ਇਹ ਉਹਦਾ ਸੁਭਾਅ ਨਹੀਂ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਵਿਰੋਧੀਆਂ ਨੇ ਤਾਂ ਕਹਿਣਾ ਹੀ ਆ ਕਿ ਇਹ ਪ੍ਰਧਾਨ ਨਹੀਂ ਬਣ ਸਕਦਾ ਜਾਂ ਇਹਨੂੰ ਨਹੀਂ ਬਣਾਇਆ ਜਾਣਾ ਚਾਹੀਦਾ, ਤੇ ਬਾਅਦ ਵਿੱਚ ਕਾਂਗਰਸ ਵਾਲੇ ਪਾਸਿਓਂ ਇਹ ਖਬਰ ਆਉਣੀ ਹੈ ਕਿ ਸਾਡੀ ਪਾਰਟੀ ਦਾ ਮਸਲਾ ਆ, ਤੁਸੀਂ ਇਹਨੂੰ, ਜੇ ਸਾਡਾ ਕੰਮ ਆ ਸਾਨੂੰ ਕਰਨ ਦਿਓ, ਤੁਸੀਂ ਆਪਣੀ ਪਾਰਟੀ ਦੇਖੋ, ਤੇ ਬਾਅਦ ਵਿੱਚ ਦੇਖਾਂਗੇ ਕਿ ਵੋਟਾਂ ਕੌਣ ਕਿਹਨੂੰ ਪਾਉਂਦਾ ਤੇ ਕੌਣ ਜਿੱਤਦਾ। ਇਹ ਤਾਂ ਹੈਗੀ ਆ ਦੋਨਾਂ ਪਾਰਟੀਆਂ ਦੀ ਆਪਸ 'ਚ ਗੱਲ। ਜਿਹੜੀ ਤੁਸੀਂ ਗੱਲ ਕਰਦੇ ਆ, ਅਸੀਂ ਬਹੁਤ ਦਿਨਾਂ ਤੋਂ ਇਸ ਗੱਲ ਦੀ ਗੱਲ ਕਰਦੇ ਆ। ਤੁਸੀਂ ਇੱਕ ਬੜਾ ਸੋਹਣਾ ਸ਼ਬਦ ਵਰਤੇ ਸੀ ਕਿ ਕਾਂਗਰਸ ਦੀ ਕਾਟੋ ਕਲੇਸ਼ ਜਿਹੜੀ ਆ ਮੁੱਕੀ ਕਿ ਨਹੀਂ ਮੁੱਕੀ। ਹੁਣ ਹਰੀਸ਼ ਰਾਵਤ ਜੀ ਦਾ ਜਿਹੜਾ ਬਿਆਨ ਆ ਹੁਣੇ ਆ ਰਿਹਾ, ਜਿਨ੍ਹਾਂ ਨੂੰ ਪੰਜਾਬ ਦੇ ਇੰਚਾਰਜ ਲਾਇਆ ਹੋਇਆ ਤੇ ਬੜੇ ਦਿਨਾਂ ਤੋਂ ਛੁੱਟੀ ਦੀ ਮੰਗ ਕਰਦੇ ਆ ਕਿ ਮੈਨੂੰ ਪੰਜਾਬ ਚੋਂ ਬਖਸ਼ੋ, ਮੇਰੀ ਜਾਨ ਛੱਡੋ ਤੇ ਮੈਂ ਜਾ ਕੇ ਉੱਤਰਾਖੰਡ 'ਚ ਆਪਣੀਆਂ ਚੋਣਾਂ ਦੀ ਤਿਆਰੀ ਕਰਾਂ, ਕਿਉਂਕਿ ਪੰਜਾਬ ਦੇ ਟਾਈਮ ਦੇ ਉੱਥੇ ਉਹਨਾਂ ਕੋਲ ਦੀਆਂ ਵੀ ਆ, ਉਹਨਾਂ ਦੀ ਸਟੇਟ ਦੇ ਵਿੱਚ, ਉਹਨਾਂ ਦੇ ਰਾਜ ਦੇ ਵਿੱਚ ਉੱਥੇ ਉਹਨਾਂ ਦੀਆਂ ਵੀ ਇਲੈਕਸ਼ਨਸ ਹੋਣੀਆਂ ਨੇ, ਤੇ ਉਹ ਕਾਂਗਰਸ ਦੇ ਪ੍ਰਧਾਨ ਉੱਥੇ ਰਹਿ ਚੁੱਕੇ ਨੇ, ਮੁੱਖ ਮੰਤਰੀ ਰਹਿ ਚੁੱਕੇ ਨੇ ਹਰੀਸ਼ ਰਾਵਤ ਜੀ ਉੱਤਰਾਂਚਲ ਦੇ, ਉੱਤਰਾਖੰਡ ਦੇ, ਉੱਤਰਾਂਚਲ ਨੂੰ ਹੀ ਉੱਤਰਾਖੰਡ ਬਾਅਦ ਵਿੱਚ ਕਿਹਾ ਗਿਆ। ਤੇ ਉਹਨਾਂ ਨੇ ਅੱਜ ਇਹ ਬਿਆਨ ਜਿਹੜਾ ਆ ਅਖਬਾਰਾਂ ਨੂੰ ਦੇ ਦਿੱਤਾ ਹੈ ਕਿ ਜਿਹੜਾ ਫੈਸਲਾ ਆ ਉਹ ਹੋ ਚੁੱਕਾ ਹਾਈ ਕਮਾਂਡ ਦੇ ਵਿੱਚ, ਤੇ ਜਿਹੜੀ ਇਹਦੀ ਅਨਾਉਂਸਮੈਂਟ ਆ ਉਹ ਜਲਦੀ ਕਰ ਦਿੱਤੀ ਜਾਵੇਗੀ। ਕੱਲ ਬੜੀ ਇੱਕ ਮਹੱਤਵਪੂਰਨ ਗੱਲ ਚੱਲਦੀ ਰਹੀ ਸਾਰਾ ਦਿਨ, ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹਦੀ ਚਰਚਾ ਵੀ ਕੀਤੀ ਕਿ ਹਾਈ ਕਮਾਂਡ ਦੇ ਵਿੱਚ ਜਿਹੜੇ 3 ਪੀਰ ਨੇ, ਕੁਲਦੀਪ ਸਿੰਘ ਜੀ ਨੇ ਸਾਡੇ ਐਕਸਪਰਟ ਉਹਨਾਂ ਨੂੰ ਪੀਰ ਦੱਸਦੇ ਸੀ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ ਨੇ ਫੈਸਲਾ ਕਰ ਲਿਆ ਸੀ ਕਿ ਉਹਨਾਂ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗ ਸੀ ਤੇ ਉਹਦੇ ਵਿੱਚ ਇਹ ਫੈਸਲਾ ਹੋ ਗਿਆ ਸੀਗਾ ਕਿ ਸਿੱਧੂ ਨੂੰ ਜਿਹੜਾ ਆ ਉਹ ਪੰਜਾਬ ਦਾ ਪ੍ਰਧਾਨ ਲਾਇਆ ਜਾਵੇਗਾ। ਤੇ ਅਸੀਂ ਵੀ ਇਸ ਖਦਸ਼ੇ ਜ਼ਾਹਰ ਕਰਦੇ ਸੀ ਕਿ ਕੈਪਟਨ ਸਾਹਿਬ ਕਿਉਂਕਿ ਪਹਿਲਾਂ ਇਸ ਗੱਲ ਤੋਂ ਬਹੁਤ ਹਾਰਡਲੀ ਮੁੱਕਰ ਚੁੱਕੇ ਆ ਤੇ ਇਸ ਗੱਲ ਲਈ ਨਾ ਕਰ ਚੁੱਕੇ ਸੀ ਕਿ ਜੇ ਉਹਨੂੰ ਕੋਈ ਵੱਡਾ ਅਹੁਦਾ ਦਿੱਤਾ ਜਾਂਦਾ ਤਾਂ ਮੇਰੀ ਜਿਹੜੀ ਆ ਨਾ ਆ, ਮੈਂ ਇਸ ਲਈ ਸਹਿਮਤੀ ਨਹੀਂ ਜਤਾਉਂਦਾ। ਉਸ ਤੋਂ ਬਾਅਦ ਵੀ ਉਹਨਾਂ ਦੀ ਮੀਟਿੰਗ ਹੋਈ, ਉਹਨਾਂ ਨੂੰ ਮਨਾ ਲਿਆ ਗਿਆ ਜਾਂ ਇਸ ਚੀਜ਼ ਨੂੰ ਥੋੜ੍ਹਾ ਬਹੁਤ ਐਡਜਸਟਮੈਂਟ ਕਰਨ ਲਈ ਕਹਿ ਦਿੱਤਾ ਗਿਆ ਕਿ ਇਲੈਕਸ਼ਨ ਆ ਰਹੀਆਂ ਨੇ ਤੇ ਪਾਰਟੀ ਦੇ ਵਿੱਚ ਜਿਹੜੀ ਕਲਾ ਆ ਉਹ ਚੰਗੀ ਨਹੀਂ ਹੈਗੀ। ਤੇ ਸਾਨੂੰ ਲੱਗਦਾ ਸੀਗਾ ਕਿ ਇਹ ਵੀ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ ਦਾ ਹਿੱਸਾ ਹੋ ਸਕਦਾ ਕਿ ਆਪਸ ਦੀ ਜਿਹੜੀ ਕਲਾ ਆ ਜਾਂ ਆਪਸ ਦੀ ਜਿਹੜੀ ਗੱਲਬਾਤ ਆ ਉਹਨੂੰ ਹੀ ਮੀਡੀਆ ਦੀ ਸੁਰਖੀ ਬਣਾ ਦਿਓ ਤਾਂ ਜੋ ਜਿਹੜੇ ਅਸਲ ਮੁੱਦੇ ਆ ਉਹ ਕਿਤੇ ਨੀਵੇਂ ਰਹਿ ਜਾਣ। NI ਵਾਸ਼ ਦੀ ਆਪਾਂ ਗੱਲ ਕੀਤੀ ਸੀ, ਤੇ ਹੁਣ ਜੋ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਕਿ ਅਨਾਉਂਸਮੈਂਟ ਜਿਹੜੀ ਆ ਜਲਦੀ ਹੋ ਜਾਵੇਗੀ, ਪਰ ਮੈਂ ਤੁਹਾਨੂੰ ਦੱਸ ਦਿੰਦਾ ਇਹ ਵੀ ਇੱਕ ਸਟ੍ਰੈਟੇਜਿਕ ਗੱਲ ਆ। ਮੀਟਿੰਗ 'ਚ ਫੈਸਲਾ ਹੋ ਗਿਆ, ਪ੍ਰਧਾਨ ਨੇ ਅਨਾਉਂਸ ਬਾਅਦ 'ਚ ਕਰਨਾ, ਤੇ ਜਿਹੜਾ ਸਟੇਟ ਪ੍ਰਭਾਰੀ ਆ ਉਹ ਪਹਿਲਾਂ ਹੀ ਕਹਿ ਰਿਹਾ ਕਿ ਫੈਸਲਾ ਤੇ ਆ ਹੋ ਗਿਆ, ਅਨਾਉਂਸਮੈਂਟ ਬਾਅਦ 'ਚ ਆਉਣੀ ਆ, ਫਿਰ ਬਾਅਦ 'ਚ ਕੀ ਬਚਿਆ?
ਜਦੋਂ ਤੁਸੀਂ ਕਹਿਤਾ ਕਿ ਇਹਨਾਂ ਨੂੰ ਪ੍ਰਧਾਨ ਜਿਹੜਾ ਬਣਾਤਾ ਜਾਵੇਗਾ, ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਆ ਕਿ 2 ਵਰਕਿੰਗ ਪ੍ਰੈਜ਼ੀਡੈਂਟ ਜਾਂ ਕਾਰਜਕਾਰੀ ਪ੍ਰਧਾਨ ਵੀ ਬਣਾਏ ਜਾਣਗੇ। ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਆ, ਪਹਿਲੀ ਵਾਰ ਕਾਂਗਰਸ ਦੇ ਵਿੱਚ ਇਹ ਹੋ ਰਿਹਾ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਚੋਂ ਇੱਕ ਜਿਹੜਾ ਹੈ ਉਹ ਦਲਿਤ ਚਿਹਰਾ ਹੋਵੇਗਾ ਤੇ ਦੂਸਰਾ ਜਿਹੜਾ ਆ ਇੱਕ ਹਿੰਦੂ ਚਿਹਰਾ ਹੋਵੇਗਾ। ਜਦ ਕਿ ਕੈਪਟਨ ਸਾਹਿਬ ਹੁਣ ਤੋਂ ਪਹਿਲਾਂ ਤੱਕ ਵਕਾਲਤ ਹਿੰਦੂ ਪ੍ਰਧਾਨ ਦੀ ਹੀ ਕਰਦੇ ਰਹੇ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸ਼ਹਿਰੀ ਵੋਟਰਾਂ ਨੇ ਇਹ ਗੱਲ ਦੀ ਮੰਗ ਵੀ ਕੀਤੀ ਸੀ ਕਿ ਹਿੰਦੂ, ਪੰਜਾਬ ਦੇ ਵਿੱਚ ਸਿੱਖ ਵੋਟਾਂ ਤੋਂ ਬਾਅਦ ਦੂਜੇ ਨੰਬਰ ਦੀ ਜਿਹੜੀ ਵੋਟਾਂ ਦੀ ਗਿਣਤੀ ਹੈ ਹਿੰਦੂ ਆ, ਤੇ ਇਸ ਕਰਕੇ ਜੇ ਮੁੱਖ ਮੰਤਰੀ ਸਿੱਖ ਚਿਹਰਾ ਆ ਤੇ ਜਿਹੜਾ ਪਾਰਟੀ ਪ੍ਰਧਾਨ ਆ ਉਹਨੂੰ ਸਟੇਟ ਦੀ ਜਿਹੜੀ ਪ੍ਰੈਜ਼ੀਡੈਂਟਸ਼ਿਪ ਜਿਹਨੂੰ ਦੇਣੀ ਆ ਉਹ ਇੱਕ ਹਿੰਦੂ ਚਿਹਰਾ ਹੋਣਾ ਚਾਹੀਦਾ। ਜਦੋਂ ਅਸੀਂ ਇਹਨੂੰ ਰਾਜਨੀਤੀ ਦੇ ਨਜ਼ਰੀਏ ਤੋਂ ਦੇਖਦੇ ਹਾਂ ਸਵਲੀਨ ਜੀ, ਫਿਰ ਤੇ ਇਦਾਂ ਹੀ ਹੁੰਦਾ। ਹਰ ਇੱਕ ਜਾਤੀ ਵਰਗ ਦਾ ਇੱਕ ਪ੍ਰਧਾਨ ਆ, ਹਰ ਇੱਕ ਕਮਿਊਨਿਟੀ ਦਾ ਇੱਕ ਪ੍ਰਧਾਨ ਆ, ਹਰ ਇੱਕ ਕੰਮ ਕਰਨ ਵਾਲੀ ਸ਼੍ਰੇਣੀ ਦਾ ਪ੍ਰਧਾਨ ਆ। ਡਾਕਟਰਾਂ ਦੀ ਯੂਨੀਅਨ ਦਾ ਪ੍ਰਧਾਨ ਕਾਂਗਰਸ ਦਾ ਵੱਖਰਾ ਆ, ਆੜਤੀ ਐਸੋਸੀਏਸ਼ਨ ਕਾਂਗਰਸ ਦਾ ਪ੍ਰਧਾਨ ਵੱਖਰਾ ਆ, ਟੀਚਰ ਯੂਨੀਅਨ ਦਾ ਪ੍ਰਧਾਨ ਵੱਖਰਾ ਆ, ਮਜ਼ਦੂਰ ਯੂਨੀਅਨ ਦਾ ਪ੍ਰਧਾਨ ਵੱਖਰਾ ਆ। ਤੇ ਜਦੋਂ ਅਸੀਂ ਸੰਵਿਧਾਨ ਨੂੰ ਪੜ੍ਹਦੇ ਹਾਂ ਫਿਰ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਹਾਸੋਹੀਣੀਆਂ ਤੇ ਤਰਕਹੀਣ ਲੱਗਦੀਆਂ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਬੰਦਾ ਪਾਰਟੀ ਦਾ ਪ੍ਰਧਾਨ ਆ, ਉਹਦੀ ਜਾਤੀ ਜਾਂ ਉਹਦਾ ਕਿਸੇ ਸਮੁਦਾਇ ਨਾਲ ਵਿਸ਼ੇਸ਼ ਨਾਲ ਸੰਬੰਧ ਰੱਖਣਾ ਜਿਹੜਾ ਹੈ ਉਹਨੂੰ ਹਾਈਲਾਈਟ ਨਹੀਂ ਕਰਨਾ ਚਾਹੀਦਾ। ਪਰ ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈ ਵੋਟਾਂ ਦੀ ਵੰਡ ਨੂੰ ਲੈ ਕੇ ਹੁੰਦਾ ਆ, ਵੋਟਾਂ ਪਾਉਣ ਨੂੰ ਲੈ ਕੇ ਹੁੰਦਾ, ਇਸ ਕਰਕੇ ਇਹ ਜਿਹੜਾ ਇਵੇਂ ਹੀ ਚੱਲਦਾ। ਗੱਲ ਤੇ ਮਸਲਾ ਫਿਰ ਉੱਥੇ ਹੀ ਖੜਾ ਕਿ ਜਿਹੜੇ ਸਮਾਂ ਬੀਤਿਆ 17 ਦੇ ਵਿੱਚ ਜਦੋਂ ਤੁਸੀਂ ਸਰਕਾਰ ਬਣਾਈ ਸੀ, 22 ਤੱਕ ਜੋ ਕੰਮ ਕਰਨ ਨੂੰ ਕਿਹਾ ਗਿਆ ਸੀ ਉਹ ਕੱਖ ਵੀ ਨਹੀਂ ਕੀਤਾ। ਜਿੱਦਾਂ ਤੁਸੀਂ ਰੋਜ਼ ਅਸੀਂ ਇਸ ਗੱਲ ਤੇ ਕਰਦੇ ਹਾਂ ਕਿ ਜਿਹੜੇ ਮੁੱਦੇ ਨੇ ਉੱਥੇ ਹੀ ਖੜੇ ਨੇ, ਚਾਹੇ ਉਹ ਬਿਜਲੀ ਦਾ ਆ, ਚਾਹੇ ਉਹ ਪਾਣੀ ਦਾ ਆ, ਚਾਹੇ ਉਹ ਫਸਲਾਂ ਦੀ ਖੇਤੀ ਦੀ ਵੰਡ ਦਾ ਆ, ਫਸਲਾਂ ਦੀ ਕੀਮਤ ਦਾ ਆ, ਮਤਲਬ ਸਿੱਖਿਆ ਦਾ ਨਾਲ ਕੁਝ ਨਹੀਂ ਹੋਣਾ, ਕੰਮ ਕਰਨੇ ਪੈਣੇ। ਬਿਲਕੁਲ ਸਿੱਖਿਆ ਦਾ ਆ, ਸਿਹਤ ਸੁਧਾਰਾਂ ਦਾ ਆ, ਟਰਾਂਸਪੋਰਟੇਸ਼ਨ ਦਾ ਆ, ਰੇਤਾ ਦਾ ਆ, ਜਿੰਨੇ ਮਰਜ਼ੀ ਗਿਣ ਲਓ, ਨਾ ਉਨੀਆਂ ਉਂਗਲੀਆਂ ਤੇ ਨਾ ਉਨੇ ਪੋਟੇ, ਜਿੰਨੇ ਪੰਜਾਬ 'ਚ ਮੁੱਦੇ ਜਿਹੜੇ ਆ ਉਹ ਮੂੰਹ ਅੱਡੀ ਖੜੇ ਨੇ। ਤੇ ਬਦਲਿਆ ਕੀ? ਉਹ ਜਿਹੜੀ 4 ਸਾਲ ਦੀ 4.5 ਸਾਲ ਦੀ ਜਾਂ 5 ਸਾਲ ਦੀ ਕਾਰਜਕਾਰੀ ਆ ਉਹਦੇ 'ਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਕੈਪਟਨ ਮੁੱਖ ਮੰਤਰੀ ਰਿਹਾ ਤੇ ਬਾਅਦ ਜਦੋਂ ਸਰਕਾਰ ਦਾ ਟਾਈਮ ਮੁੱਕਣ ਵਾਲਾ ਹੋਇਆ ਤੇ ਜਾਖੜ ਦੀ ਜਗ੍ਹਾ ਤੇ ਉਤਾਰ ਕੇ ਤੇ ਸਿੱਧੂ ਨੂੰ ਪ੍ਰਧਾਨ ਲਾਤਾ ਤੇ ਅਗਲੀਆਂ ਚੋਣਾਂ ਜਿੱਤ ਲਈਆਂ ਤੇ ਅਗਲੇ 5 ਸਾਲ ਫਿਰ ਦੇਖਾਂਗੇ ਕੀ ਕਰਨਾ ਤੇ ਕੀ ਨਹੀਂ ਕਰਨਾ। ਫਿਰ ਸਿੱਧੂ ਕਿਤੇ ਹੋਰ ਰੌਲਾ ਪਾਊ ਤੇ ਕੈਪਟਨ ਕਿਤੇ ਹੋਰ। ਬਿਲਕੁਲ ਸਾਹਿਬ, ਜੇਕਰ ਪ੍ਰਦੇਸ਼ ਪ੍ਰਧਾਨ ਸਿੱਧੂ ਨੂੰ ਬਣਾ ਦਿੱਤਾ ਜਾਂਦਾ ਤੇ ਉਹ ਇੰਨੇ ਹੀ ਤੱਤੇ ਰਹਿਣਗੇ ਜਿੰਨੇ ਟਵੀਟਾਂ ਤੇ ਰਹਿੰਦੇ ਆ, ਜਾਂ ਫਿਰ ਮੋਢੇ ਭਾਰੇ ਹੋ ਜਾਣੇ ਜ਼ਿੰਮੇਵਾਰੀ ਨਾਲ ਤੇ ਮੂੰਹ ਬੰਦ ਹੋ ਜੂ? ਸਵਲੀਨ, ਇਹ 'ਚ ਥੋੜ੍ਹਾ ਤੁਹਾਨੂੰ ਪਿੱਛੇ ਦੇਖਣਾ ਪਊਗਾ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਇੱਕ ਤਸਵੀਰਾਂ ਦੇਖੀਆਂ ਗਈਆਂ ਸੀ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਕਾਫੀ ਬਗਲਗੀਰ ਹੋ ਕੇ ਇੱਕ ਦੂਜੇ ਨਾਲ ਜੱਫੀਆਂ ਪਾ ਕੇ ਫੋਟੋਆਂ ਖਿਚਾਈਆਂ ਸੀ। ਕਿਉਂ ਖਿਚੜੀ ਹੋਏ ਸੀ? ਉਸ ਵੇਲੇ ਲੱਗ ਰਿਹਾ ਸੀ ਇਸ ਤਰ੍ਹਾਂ ਦਾ ਮਾਹੌਲ ਵੀ ਜਿਹੜੀ ਇਹਨਾਂ ਦੀ ਇੰਨੀ ਖੁਸ਼ਗਵਾਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਤੇ ਉਹ ਮੀਟਿੰਗ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਕਾਟੋ ਕੋਲੇ ਮੁਕਾ ਦਊਗੀ, ਪਰ ਮੁੱਕਿਆ ਨਹੀਂ। ਉਹਦੀਆਂ ਵਜ੍ਹਾ ਦੱਸੀਆਂ ਜਾ ਰਹੀਆਂ ਵੀ ਉਹ ਜਿਹੜੀ ਮੀਟਿੰਗ ਲਾਸਟ ਸਿਸਵਾ ਫਾਰਮ ਤੇ ਹੁੰਦੀ ਆ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਗ੍ਰਹਿ ਤੇ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀਕੇ ਦੇ ਕਹਿਣ, ਉਦੋਂ ਇਹ ਪੱਛਮੀ ਬੰਗਾਲ ਵਾਲਾ ਵੀ ਮੈਟਰ ਹਜੇ ਚੱਲ ਰਿਹਾ ਸੀਗਾ ਇਲੈਕਸ਼ਨਾਂ ਦਾ, ਵੀ ਉਹਦੇ ਕਹਿਣ ਤੇ ਇੱਕ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਮੰਨ ਲਈ ਸੀ ਵੀ ਤੁਸੀਂ ਆਓ ਕੈਬਨਿਟ ਦੇ ਵਿੱਚ, ਜਿਹੜਾ ਮਰਜ਼ੀ ਪੋਰਟਫੋਲੀਓ ਲੈ ਲਓ, ਆਪਣਾ ਫ੍ਰੀ ਹੈਂਡ ਹੋ ਕੇ ਤੁਸੀਂ ਕੰਮ ਕਰੋ ਤੇ ਅਸੀਂ ਤੇਰੇ ਕੰਮ ਦੇ ਨਾਲ ਤੇਰਾ ਸਾਥ ਦੇਵਾਂਗੇ। ਉਹ ਮਾਹੌਲ ਇਦਾਂ ਦਾ ਵਧੀਆ ਚ ਹੋਈ ਤਾਂ ਨਵਜੋਤ ਸਿੰਘ ਸਿੱਧੂ ਉੱਥੋਂ 1-2 ਦਿਨ ਦਾ ਟਾਈਮ ਲੈ ਕੇ ਤੇ ਉੱਥੋਂ ਵਾਪਸ ਆ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਜਾਂਦਾ ਵੀ ਇਹ ਵੀ ਕਿਹਾ ਵੀ 1-2 ਦਿਨ ਕਾਹਦੇ ਲਈ ਲੈਣੇ, ਜਦ ਮੈਂ ਸਾਰੀ ਪਿਛਲੀ ਗੱਲ ਭੁੱਲ ਕੇ ਇਸ ਵੇਲੇ ਤੈਨੂੰ ਨਾਲ ਲੈ ਕੇ ਕੰਮ ਕਰਨ ਨੂੰ ਤਿਆਰ ਆ ਵੀ ਆਪਾਂ ਰਲ ਮਿਲ ਕੇ ਕੰਮ ਕਰੀਏ। ਪਰ ਉਹ ਗੱਲ ਜਿਹੜੀ ਸੀ ਉਹ ਕਿਸੇ ਪਾਸੇ ਲੱਗ ਨਹੀਂ ਸਕੀ। ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਮੁੜ ਕੇ ਆਪਣਾ ਟਵੀਟ ਵਾਲਾ ਜਿਹੜਾ ਮੈਟਰ ਸੀਗਾ ਉਹ ਬੰਦ ਕੀਤਾ ਤੇ ਉਹਦੇ ਨਾਲ ਫਿਰ ਹਾਈ ਕਮਾਂਡ ਕੋਲ ਵੀ ਵਾਰ-ਵਾਰ ਇਹ ਗੱਲਾਂ ਬਾਤਾਂ ਜਾਂਦੀਆਂ ਰਹੀਆਂ। ਉਸ ਤੋਂ ਬਾਅਦ ਹੀ ਇੱਕ ਕਮੇਟੀ ਬਣਦੀ ਆ। ਉਸ ਤੋਂ ਬਾਅਦ ਫਿਰ ਜਦੋਂ ਇਹ ਕਮੇਟੀ ਵੱਖ-ਵੱਖ ਬਿਆਨ ਲੈਣੇ ਸ਼ੁਰੂ ਕਰ ਦਿੰਦੀ ਆ, ਐਮਐਲਏ ਵੀ ਉਸ ਵੇਲੇ ਜਿਹੜੇ ਸੀਗੇ ਆਪਣੀਆਂ ਵੱਖਰੀਆਂ ਮੀਟਿੰਗਾਂ ਕਰਨ ਲੱਗ ਪਏ। ਜਿਹੜੇ ਕੈਪਟਨ ਖੇਮੇ ਦੇ ਵਿੱਚ ਮੰਤਰੀ ਮੰਨੇ ਜਾਂਦੇ, ਖਾਸ ਕਰਕੇ ਮਾਝਾ ਖੇਤਰ ਦੇ, ਉਹੀ ਮੰਤਰੀ ਜਿਹੜੇ ਸੀਗੇ ਉਸ ਵੇਲੇ ਜਦੋਂ ਸੈੱਟ ਦੀ ਰਿਪੋਰਟ ਖਾਰਜ ਹੋ ਜਾਂਦੀ ਆ ਉਹ ਤਾਂ ਸਾਰੇ ਕੈਪਟਨ ਦੇ ਖਿਲਾਫ ਹੋ ਗਏ ਵੀ ਕੈਪਟਨ ਦੇ ਵਿੱਚ ਇਦਾਂ ਦਾ ਹਾਵ ਭਾਵ ਬਣਾਤਾ ਵੀ ਕੈਪਟਨ ਜਿਹੜਾ ਬਾਦਲਾਂ ਨਾਲ ਰਲਿਆ ਹੋਇਆ। ਤਾਂ ਹੀ ਜਿਹੜੀ ਇਹ ਸੈੱਟ ਦੀ ਰਿਪੋਰਟ ਜਿਹੜੀ ਆ ਹਾਈ ਕੋਰਟ ਵੱਲੋਂ ਖਾਰਜ ਕੀਤੀ ਗਈ। ਵਕੀਲਾਂ ਨੇ ਸਹੀ ਕੰਮ ਨਹੀਂ ਕੀਤਾ, ਸਰਕਾਰ ਨੇ ਸਹੀ ਕੰਮ ਨਹੀਂ ਕੀਤਾ। ਇਹ ਸਾਰਾ ਕਲੇਸ਼ ਇਕੱਠਾ ਹੋ ਕੇ ਜਦੋਂ ਦਿੱਲੀ ਪਹੁੰਚ ਜਾਂਦਾ ਆ ਤੇ ਦਿੱਲੀ ਵਾਲੀ ਜਿਹੜੀ ਉਹਨਾਂ ਦੀ ਹਾਈ ਕਮਾਂਡ ਆ ਉਹਨਾਂ ਨੇ ਵੱਖ-ਵੱਖ ਸਮੇਂ ਤੇ ਐਮਐਲਏ ਦੀਆਂ ਫਿਰ ਰਿਪੋਰਟਾਂ ਲਈਆਂ, ਸਾਰਿਆਂ ਦੇ ਵਿਚਾਰ ਜਾਣੇ ਤੇ ਉਹ ਜਿਹੜੀ ਕਮੇਟੀ ਖੜ ਕੇ ਕਮੇਟੀ ਬਣੀ ਸੀਗੀ ਉਹਨੇ ਵੀ ਆਪਣਾ ਜਿਹੜਾ ਇਸ ਵੇਲੇ ਆ ਸਾਰਾ ਨਿੰਬੂ ਵਾਂਗੂ ਨਿਚੋੜ ਕੇ ਰਸ ਕੱਢ ਕੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਕੋਲ ਉਹ ਪੂਰਾ ਫੜਾ ਦਿੱਤਾ ਹੈ। ਹੁਣ ਦੇਖਦੇ ਹਾਂ ਕਿ ਜਿਵੇਂ ਕਿ ਹਰੀਸ਼ ਰਾਵਤ ਦੇ ਬਿਆਨ ਆ ਰਹੇ ਆ ਹੁਣ ਵੀ ਮੀਡੀਆ ਦੇ ਵਿੱਚ ਵੀ ਅਸੀਂ ਜਿਹੜਾ ਪੰਜਾਬ ਪ੍ਰਤੀ ਫੈਸਲਾ ਲੈ ਲਿਆ, ਜਿਹਦੀ ਕਿ ਬਹੁਤ ਦਿਨਾਂ ਤੋਂ ਲੋਕਾਂ ਦੇ ਵਿੱਚ ਇੱਕ ਚਰਚਾ ਚੱਲ ਰਹੀ ਸੀ, ਮੀਡੀਆ ਚਰਚਾ ਚੱਲ ਰਹੀ ਸੀ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਸਟੇਟ ਹੈੱਡ ਬਣਾਇਆ ਜਾ ਸਕਦਾ। ਪਰ ਜਦੋਂ ਇਹ ਥੋੜ੍ਹੇ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਨਾਲ ਲਾਸਟ ਮੀਟਿੰਗ ਹੁੰਦੀ ਆ,
ਪਤਾ ਲੱਗਾ ਆ ਕਿ ਕੈਪਟਨ ਅਮਰਿੰਦਰ ਸਿੰਘ ਉਦੋਂ ਉੱਥੇ ਕਲੀਅਰ ਕਰੇ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਤੁਸੀਂ ਪ੍ਰਧਾਨ ਬਣਾਉਨੇ ਹੋ, ਚੱਲਦੀ ਇਲੈਕਸ਼ਨ ਵਿੱਚ ਇਸ ਬੰਦੇ ਨੇ ਕਦੋਂ ਕੀ ਬਿਆਨ ਦੇ ਦੇਣਾ, ਕਿਹਦੇ ਵੱਲੋਂ ਇਹਦੀ ਤੋਪ ਦਾ ਮੂੰਹ ਹੋ ਜਾਣਾ, ਤੇ ਹੋ ਸਕੇ ਤੇ ਇਦਾਂ ਦੀ ਗੱਲ ਨਾ ਹੋਵੇ ਕਿ ਇਲੈਕਸ਼ਨ ਦੇ ਦੌਰਾਨ ਸਾਡੇ ਤੋਂ ਉਹ ਜਿਹੜੇ ਇਹਦੇ ਬਿਆਨ ਆ ਮੁੜ ਕੇ ਕਵਰ ਨਾ ਹੋਣ, ਸਾਂਭੇ ਨਾ ਜਾਣ, ਜਾਂ ਵਿਰੋਧੀ ਪਾਰਟੀਆਂ ਕਾਂਗਰਸ ਦੀ ਜਿੱਤ ਨੂੰ ਹਾਰ ਦੇ ਵਿੱਚ ਤਬਦੀਲ ਕਰ ਦੇਣ। ਤੇ ਉਸ ਤੇ ਉਹਨਾਂ ਨੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਪਤਾ ਲੱਗ ਰਿਹਾ ਕਿ ਦੱਸਿਆ ਕਿ ਮੇਰੀ ਇਸ ਗੱਲ ਦੇ ਨਾਲ ਪੂਰੀ ਅਸਹਿਮਤੀ ਆ, ਪਰ ਫਿਰ ਵੀ ਜੋ ਹਾਈ ਕਮਾਂਡ ਫੈਸਲਾ ਲਊਗੀ ਮੈਂ ਹਾਈ ਕਮਾਂਡ ਦਾ ਫੈਸਲਾ ਮੰਨੂਗਾ। ਮੀਡੀਆ 'ਚ ਵਿੱਚ ਆਣ ਕੇ ਵੀ ਉਹਨੇ ਬਾਹਰ ਇਹੀ ਦੱਸਿਆ। ਪਰ ਹੁਣ ਜਿਸ ਤਰ੍ਹਾਂ ਕਹਿੰਦੇ ਹੁੰਦੇ ਹਾਈ ਕਮਾਂਡ ਨੇ ਸਾਰਾ ਕੁਝ ਦੇਖਣਾ, ਉਹਨੇ ਇਕੱਲਾ ਪੰਜਾਬ ਨਹੀਂ ਦੇਖਣਾ, ਉਹਨੇ ਰਾਜਸਥਾਨ ਵੀ ਦੇਖਣਾ, ਉੱਤਰਾਖੰਡ 'ਚ ਇਲੈਕਸ਼ਨ ਆ ਰਹੀ ਆ, ਯੂਪੀ ਦਾ ਮੈਟਰ ਵੀ ਦੇਖਣਾ, ਕਿਉਂਕਿ ਪੰਜਾਬ ਦੇ ਕਿਸੇ ਵੀ ਫੈਸਲੇ ਦਾ ਪ੍ਰਭਾਵ ਇਹ 3-4 ਸਟੇਟਾਂ ਜਿਹੜੀਆਂ ਲਾਗਲੀਆਂ ਹੈਗੀਆਂ ਇਹਨਾਂ ਤੇ ਜਾਣਾ ਹੈ, ਕਿਉਂਕਿ ਉੱਥੇ ਰਾਜਸਥਾਨ 'ਚ ਵੀ ਕਾਟੋ ਕਲੇਸ਼ ਚੱਲ ਰਿਹਾ। ਇਸੇ ਕਰਕੇ ਫਿਰ ਉਹਨਾਂ ਨੇ ਫੈਸਲਾ ਹੁਣ ਜੋ ਲੱਗ ਰਿਹਾ, ਜੋ ਹਰੀਸ਼ ਰਾਵਤ ਦੇ ਬਿਆਨਾਂ ਤੋਂ ਲੱਗ ਰਿਹਾ, 2-3 ਦਿਨ ਪਹਿਲਾਂ ਬਿਆਨ ਆਇਆ, ਅੱਜ ਵੀ ਹੁਣ ਥੋੜ੍ਹੇ ਮਿੰਟ ਪਹਿਲਾਂ ਜਿਹੜਾ ਹਰੀਸ਼ ਰਾਵਤ ਦਾ ਬਿਆਨ ਹੈ ਕਿ ਨਵਜੋਤ ਸਿੰਘ ਸਿੱਧੂ ਅਗਲੇ ਜਿਹੜੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਹੋ ਸਕਦੇ ਆ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਇਹੀ ਆਉਂਦਾ ਹੈ, ਜਾਂ ਕਿ ਇਹਦੇ ਵਿੱਚ ਵੀ ਤਬਦੀਲੀ ਆਉਂਦੀ ਹੈ ਤਾਂ ਲੱਗੂਗਾ ਪਤਾ ਸ਼ਾਮ ਤੱਕ। ਪਰ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਆਵਾਜ਼ ਸੀ, ਜਿੰਨੇ ਐਮਐਲਏ ਦਿੱਲੀ ਪੇਸ਼ ਹੋਏ ਆ ਉਹਨਾਂ ਦਾ ਵੀ ਇਹ ਕਹਿਣਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਉਹਨੇ 100 ਖਾਮੀਆਂ ਕੱਢੀਆਂ, ਪਰ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਮੂਹਰੇ ਰੱਖ ਕੇ ਇਲੈਕਸ਼ਨ ਲੜੀ ਜਾਂਦੀ ਆ ਤੇ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਰਿਪੀਟ ਹੋ ਸਕਦੀ, ਸਰਕਾਰ ਦੁਬਾਰਾ ਬਣ ਸਕਦੀ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨਗੀ ਦੇ ਅਹੁਦੇ ਤੇ ਬਿਰਾਜਮਾਨ ਹੋਣਾ ਉਹ ਕਿਸੇ ਤਰ੍ਹਾਂ ਵੀ ਕੈਪਟਨ ਨੂੰ ਗਵਾਰਾ ਨਹੀਂ, ਕਿਉਂਕਿ ਆਪਾਂ ਜੇ ਪਿੱਛੇ ਝਾਤ ਮਾਰ ਕੇ ਦੇਖਦੇ ਹਾਂ, ਹੰਸਪਾਲ ਹੰਸ ਤੋਂ ਲੈ ਲਈਏ, ਸ਼ਮਸ਼ੇਰ ਸਿੰਘ ਦੂਲੋਂ ਤੋਂ ਲੈ ਲਈਏ, ਪ੍ਰਤਾਪ ਸਿੰਘ ਬਾਜਵਾ ਤੋਂ ਲੈ ਲਈਏ, ਮਹਿੰਦਰ ਸਿੰਘ ਕੇਪੀ ਤੋਂ ਲੈ ਲਈਏ, ਇਹ ਜਿੰਨੇ ਵੀ ਪ੍ਰਧਾਨ ਸਟੇਟ ਦੇ ਰਹੇ ਆ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਬੰਦੇ ਦੀ ਇਹਨਾਂ ਦੀ ਪ੍ਰਧਾਨਗੀ ਕਦੀ ਜਿਹੜੀ ਆ ਉਹ ਮਨਜ਼ੂਰ ਕੀਤੀ ਨਹੀਂ, ਕਦੀ ਐਕਸੈਪਟ ਕੀਤੀ ਨਹੀਂ। ਕਿਸੇ ਦੇ ਅਧੀਨ ਹੋ ਕੇ ਪ੍ਰਧਾਨਗੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 25 ਸਾਲ ਦੇ ਵਿੱਚ ਕਦੀ ਵੀ ਕੰਮ ਕੀਤਾ ਹੀ ਨਹੀਂ। ਉਹਦਾ ਕਾਰਨ ਇੱਕ ਇਹ ਹੈ ਵੀ ਉਹ ਜਿਹੜੀ ਸ਼ੈਲੀ 'ਚੋਂ ਆਉਂਦੇ ਆ ਉਹ ਆਪਣੇ ਆਪ ਵਿੱਚ ਹੀ ਸਾਰਾ ਹੈੱਡ ਆ, ਆਪਣੇ ਆਪ ਵਿੱਚ ਹੀ ਸਾਰਾ ਤਾਮਝਾਮ ਆ, ਉਹੀ ਮੁੱਖ ਮੰਤਰੀ ਆ, ਉਹੀ ਪੰਜਾਬ ਦੀ ਕਾਂਗਰਸ ਆ ਤੇ ਉਹੀ ਪੰਜਾਬ ਦੀ ਸਾਰੀ ਕਾਂਗਰਸ ਦੀ ਨਾੜ ਨੂੰ ਸਮਝਣ ਵਾਲੇ ਆਪਣੇ ਆਪ ਨੂੰ ਉਹ ਮੰਨਦੇ ਆ। ਪਰ ਦੇਖਦੇ ਆ ਹੁਣ ਜੇ ਇਹ ਫੈਸਲਾ ਆ ਜਾਂਦਾ ਆ ਤੇ ਜਿੱਦਾਂ ਸ਼ਰਮਾ ਜੀ ਨੇ ਦੱਸਿਆ ਕਿ 2 ਪ੍ਰਧਾਨ ਜਿਹੜੇ ਹੋਰ ਉਹਨਾਂ ਦੇ ਨਾਲ ਲਾਏ ਜਾ ਰਹੇ ਆ, ਉਹ ਪ੍ਰਧਾਨ ਵੀ ਆਪਾਂ ਦੇਖਦੇ ਕਿ ਕਾਰਜਕਾਰੀ ਪ੍ਰਧਾਨ ਵਾਲਾ ਸ਼ਬਦ ਅਸੀਂ ਪਹਿਲੀ ਵਾਰੀ ਇਹਨਾਂ ਤੋਂ ਸੁਣ ਰਹੇ ਹਾਂ। ਕਾਰਜਕਾਰੀ ਤਾਂ ਆਪਾਂ ਉੱਥੇ ਲਾਇਆ ਜਾਂਦਾ ਜਿੱਥੇ ਇੱਕ ਪ੍ਰਧਾਨ ਦਾ ਜਾਂ ਕਿਸੇ ਅਹੁਦੇ ਦਾ ਖਾਲੀ ਪਿਆ ਹੋਣਾ, ਖਾਲੀ ਪਏ ਹੋਣ ਤੋਂ ਬਾਅਦ ਜਦੋਂ ਆਪਾਂ ਕੰਮ ਚਲਾਊ ਕਿੱਦਾਂ ਲਾ ਦਈਏ, ਜਿਵੇਂ ਕਿ ਰਾਹੁਲ ਗਾਂਧੀ ਹੁਣ ਇਸ ਵੇਲੇ ਕੰਮ ਚਲਾਊ ਬਣੇ ਹੋਏ ਆ। ਪਰ ਜੇ ਉਪ ਪ੍ਰਧਾਨ ਲੱਗਦੇ ਆ ਕੋਈ ਜਾਂ ਉਹਨਾਂ ਦੇ ਨਾਲ 2 ਬੰਦੇ ਹੋਰ ਸਮਾਜ ਵੱਖ-ਵੱਖ ਸਮਾਜ ਦੇ ਵਿੱਚੋਂ ਅਟੈਚ ਹੁੰਦੇ ਆ, ਤੇ ਦੇਖੋ ਇਹ ਤੇ ਜਿੰਨਾ ਵੀ ਇਹ ਫੈਸਲਾ ਸਬਲੀਨ ਆਇਆ ਆ ਇਹਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਦੀ ਛਾਪ ਜਿਹੜੀ ਆ ਉਹ ਬਿਲਕੁਲ ਸਾਫ਼ ਨਜ਼ਰ ਆ ਰਹੀ ਆ। ਭਾਵੇਂ ਕਿ ਪਿਛਲੇ ਦਿਨੀ ਉਹਨਾਂ ਦਾ ਬਿਆਨ ਆਇਆ ਸੀ ਕਿ ਅਸੀਂ ਪੰਜਾਬ ਦੀ ਇਲੈਕਸ਼ਨ ਦਾ ਜਿਹੜਾ ਮੈਂ ਸਾਰਾ ਕਾਰਜਭਾਰ ਛੱਡ ਰਿਹਾ, ਪਰ ਲੱਗ ਰਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਨਾਲ ਸੋਨੀਆ ਗਾਂਧੀ ਦੇ ਨਾਲ, ਪ੍ਰਿਯੰਕਾ ਦੇ ਨਾਲ, ਰਾਹੁਲ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਪਿਛਲੇ ਕਈ ਦਿਨਾਂ ਤੋਂ ਨੇੜਤਾ ਆ ਜਾਂ ਉੱਥੇ ਗੱਲਬਾਤ ਹੋ ਰਹੀ ਆ, ਪੰਜਾਬ ਦੇ ਮਸਲਿਆਂ ਤੇ ਸਾਰਾ ਹੱਲ ਹੋ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਨੀਤੀ ਆ ਉਹਨੂੰ ਬੂਰ ਪੈਂਦਾ ਦਿਸ ਰਿਹਾ। ਗੱਲ ਕਿਸਾਨ ਅੰਦੋਲਨ ਦੀ ਵੀ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰਦੇ ਸੀ ਅਸੀਂ ਨਵਜੋਤ ਸਿੰਘ ਸਿੱਧੂ ਦੀ, ਤੇ ਪੰਜਾਬ 'ਚ ਤੇ ਉਹ ਕਿਸੇ ਦੀ ਸੁਣਦੇ ਨਹੀਂ, ਤੇ ਹਰਿਆਣਾ 'ਚ ਉਹਨਾਂ ਲਈ ਸਲਾਹ ਆਈ ਆ, ਉੱਥੋਂ ਦੇ ਸਿਹਤ ਮੰਤਰੀ ਨੇ ਕਿਹਾ ਵੀ ਭਰਾਵਾ ਕਦੀ ਉੱਧਰ ਜਾਣਾ ਕਦੀ ਉੱਧਰ ਜਾਣਾ, ਆਪਣੀ ਵੱਖਰੀ ਪਾਰਟੀ ਬਣਾ ਲਾ। ਤੁਹਾਨੂੰ ਲੱਗਦਾ ਵੀ ਉਹਨੂੰ ਬਣਾ ਲੈਣੀ ਚਾਹੀਦੀ? ਇਹ ਤਾਂ ਬਹੁਤ ਦੇਰ ਦਾ ਇਸ ਗੱਲ ਦਾ ਰੌਲਾ ਜਿਹੜਾ ਹੈਗਾ ਕਿ ਸਿੱਧੂ ਸਾਹਿਬ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ। ਜਿੱਦਾਂ ਬਿਲਗਾ ਸਾਹਿਬ ਨੇ ਹੁਣੇ ਦੱਸਿਆ ਕਿ ਕੈਪਟਨ ਸਾਹਿਬ ਕਿਸੇ ਦੇ ਅਧੀਨ ਕੰਮ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹ ਆਪਣੇ ਸਟਾਈਲ ਨਾਲ ਕੰਮ ਕਰਦੇ ਆ। ਸੁਲੀਨ ਜੀ, ਮੋਰ ਔਰ ਲੈਸ, ਘੱਟ ਜਾਂ ਵੱਧ, ਹਰ ਬੰਦਾ ਚਾਹੁੰਦਾ ਆ ਕਿ ਮੈਂ ਖੁਦ ਮੁਖਤਿਆਰੀ ਨਾਲ ਕੰਮ ਕਰਾਂ, ਪਰ ਇਦਾਂ ਹੋਣਾ ਸੰਭਵ ਨਹੀਂ। ਅਸਲ ਦੇ ਵਿੱਚ ਤੁਹਾਨੂੰ ਕਿਸੇ ਸੰਗਠਨ ਦੇ ਵਿੱਚ, ਕਿਸੇ ਪਾਰਟੀ ਦੇ ਵਿੱਚ, ਕਿਸੇ ਸੰਵਿਧਾਨ ਦੇ ਵਿੱਚ, ਕਿਸੇ ਕਾਨੂੰਨਾਂ ਦੇ ਦਾਇਰੇ ਨਾਲ, ਕਿਸੇ ਨਿਯਮਾਂ ਦੀ ਲਾਈਨ ਦੇ ਵਿੱਚ ਹੀ ਕੰਮ ਕਰਨਾ ਪੈਣਾ। ਜੇ ਤੁਸੀਂ ਖੁਦ ਮੁਖਤਿਆਰ ਵੀ ਆ ਤਦ ਵੀ ਤੁਹਾਨੂੰ ਕੁਝ ਕੁਦਰਤ ਦੇ ਕਾਨੂੰਨ ਜਿਹੜੇ ਆ ਉਹ ਮੰਨਣੇ ਪੈਂਦੇ ਆ। ਸੋ ਇਹ ਜਿਹੜੀ ਤੁਹਾਡੀ ਮਨੋਸਥਿਤੀ ਆ ਕਿ ਮੈਂ ਜੋ ਕਹਿੰਦਾ ਉਹੀ ਠੀਕ ਆ, ਮੈਂ ਜੋ ਕਰ ਰਿਹਾ ਉਹੀ ਠੀਕ ਆ, ਤੇ ਜਿੱਦਾਂ ਮੈਂ ਚਾਹੁੰਦਾ ਉੱਦਾਂ ਹੀ ਹੋਵੇ, ਇਹ ਪੋਸੀਬਲ ਨਹੀਂ। बड़े सोहने तरीके नाल गल किया जाता कि उन्हें नफरत हुई सारे जहान से, उनके लिए कोई नई दुनिया लाए कहाँ से। सो दुनिया इहो ਜਿਹੀ ही रहनी है, लोग इहो ਜਿਹੇ रहने, ਤੁਹਾਨੂੰ ਮਿਲ ਕੇ ਹੀ ਕੰਮ ਕਰਨਾ ਪੈਣਾ। ਬਾਦਲ ਸਾਹਿਬ ਇਸ ਮਾਮਲੇ ਦੇ ਵਿੱਚ ਗੱਲ ਕਰਦੇ ਆ ਕਿ ਰਾਜਨੀਤੀ ਜਿਹੜੀ ਆ ਉਹ ਸ਼ੁਰੂ ਹੀ ਇੱਥੋਂ ਹੁੰਦੀ ਆ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ, ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲੋ ਜੀ। ਨਾਲ ਲੈ ਕੇ ਚੱਲਣਾ ਇਹ ਗੱਲ ਨੂੰ ਸਿੱਧ ਕਰਦਾ ਕਿ ਤੁਸੀਂ ਲੋਕਾਂ ਦੇ ਵਿੱਚ ਮੈਜੋਰਟੀ ਨਾਲ ਰਹਿਣਾ, ਸਿਰਫ ਆਪਣੀਆਂ ਗੱਲਾਂ ਹੀ ਜਿਹੜੀਆਂ ਉਹ ਮੋਹਰੇ ਨਹੀਂ ਰੱਖਣੀਆਂ।
ਮੰਨ ਲੈਂਦੇ ਹਾਂ ਕਿ ਤੁਹਾਡੀਆਂ ਸਾਰੀਆਂ ਗੱਲਾਂ ਚੰਗੀਆਂ ਨੇ, ਪਰ ਫਿਰ ਵੀ ਉਹਨਾਂ ਨੂੰ ਬਾਕੀਆਂ ਨੂੰ ਉਹਦੇ ਨਾਲ ਸਹਿਮਤ ਕਰਾਉਣ ਲਈ ਤੁਹਾਨੂੰ ਉਹਨੇ ਐਫਰਟਸ ਕਰਨੇ ਪੈਣੇ, ਉਹਨਾਂ ਲੋਕਾਂ ਨੂੰ ਆਪਣੇ ਤਰਕ ਦੇ ਨਾਲ ਸਮਝਾਉਣਾ ਪੈਣਾ। ਜੀ ਤਦ ਹੀ ਫਿਰ ਜਾ ਕੇ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਵੀ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਆ, ਚਾਹੇ ਉਹ ਸ਼ਬਦਾਂ ਦਾ ਜਾਲ ਹੀ ਆ। ਗੱਲ ਇਹੋ ਜਿਹੀ ਕਰਨੀ ਪੈਣੀ ਆ ਕਿ ਤੁਸੀਂ ਲੋਕਾਂ ਦੇ ਵਿੱਚ ਵਿਚਰੋ ਤੇ ਲੋਕਾਂ ਦੇ ਲੀਡਰ ਬਣ ਕੇ ਰਹੋ। ਜਿਹੜੀ ਅਨਿਲ ਵਿਜ ਨੇ ਗੱਲ ਕੀਤੀ ਆ ਉਹ ਹਰਿਆਣੇ ਦੇ ਨੇ, ਠੀਕ ਆ, ਤੇ ਅਨਿਲ ਵਿਜ ਨੂੰ ਇਹ ਗੱਲ ਯਾਦ ਹੋਣੀ ਆ ਕਿ ਸਿੱਧੂ ਸਾਹਿਬ ਪਹਿਲਾਂ 10-12 ਸਾਲ ਉਹਨਾਂ ਨਾਲ ਹੀ ਰਹੇ ਆ ਤੇ ਉਦੋਂ ਦੇਣ ਦੇ ਸਲਾਹ ਉਹਨਾਂ ਨੂੰ ਬੈਠਿਆਂ ਨੂੰ। ਹੁਣ ਕਹਿੰਦੇ ਪਾਰਟੀਆਂ ਖਰਾਬ ਹੁੰਦੀਆਂ ਜਦੋਂ ਤੁਸੀਂ ਇੱਧਰ ਉੱਧਰ ਜਾਂਦੇ। ਨਹੀਂ, ਇਹ ਅਨਿਲ ਵਿਜ ਨੂੰ ਜੇ ਇੰਨੀ ਗੱਲ ਜਾਣਕਾਰੀ ਸੀਗੀ ਸਿੱਧੂ ਸਾਹਿਬ ਬਾਰੇ ਤੇ ਉਹਨਾਂ ਨੂੰ ਪਹਿਲਾਂ ਸਲਾਹ ਦੇਣੀ ਚਾਹੀਦੀ ਸੀ ਉਹਨਾਂ ਨੂੰ ਜਦੋਂ ਉਹਨਾਂ ਦੀ ਪਾਰਟੀ ਸੀ। ਸੋ ਇਹ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਉਹਨਾਂ ਨੂੰ ਆਪਣੀ ਪਾਰਟੀ ਦਾ ਧਿਆਨ ਰੱਖਣਾ ਚਾਹੀਦਾ। ਇਹਨਾਂ ਨੇ ਜੇ ਪਾਰਟੀ ਇਹ ਗੱਲ ਬਿਲਕੁਲ ਠੀਕ ਆ, ਪੰਜਾਬ ਦੇ ਲੋਕ ਇਹ ਲੰਬਾ ਸਮਾਂ ਸੋਚਦੇ ਰਹੇ ਕਿ ਸਿੱਧੂ ਸਾਹਿਬ ਨੂੰ ਇੱਕ ਵੱਖਰੀ ਪਾਰਟੀ ਜਾਂ ਇੱਕ ਵੱਖਰੀ ਧਿਰ ਬਣਾਉਣੀ ਚਾਹੀਦੀ ਹੈ, ਜਾਂ ਫਿਰ ਇਹ ਵੀ ਸੋਚਦੇ ਰਹੇ ਸੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਆਉਣਾ ਚਾਹੀਦਾ ਤੇ ਤੀਜੀ ਧਿਰ ਨੂੰ ਮਜ਼ਬੂਤ ਕਰਨਾ ਚਾਹੀਦਾ। ਤੇ ਇਹ ਫਿਰ ਉਹਨਾਂ ਦਾ ਇਹ ਨਿੱਜੀ ਫੈਸਲਾ ਸੀ, ਜਾਂ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਨੂੰ ਲੈ ਕੇ ਤੇ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਤੇ ਫਿਰ ਹਾਈ ਕਮਾਂਡ ਤੋਂ ਸਿੱਧਾ ਉਹਨਾਂ ਨੂੰ ਪੈਰਾਸ਼ੂਟ ਰਾਹੀਂ ਪੰਜਾਬ ਦੇ ਵਿੱਚ ਲਿਆਂਦਾ। ਪਹਿਲੀ ਵਾਰ ਉਹ MLA ਬਣੇ, ਨਾਲ ਹੀ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ। ਉਹ ਮਿਨਿਸਟਰੀ ਉਹਨਾਂ ਨੂੰ ਬਦਲ ਦਿੱਤੀ ਗਈ, ਦੂਜੀ ਦਿੱਤੀ, ਉਹਨਾਂ ਨੂੰ ਪਸੰਦ ਨਹੀਂ ਆਈ ਤੇ ਹੁਣ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਹੋ ਰਹੀ ਆ, ਸੌਰੀ ਪਾਰਟੀ ਪ੍ਰਧਾਨ ਬਣਾਉਣ ਦੀ ਗੱਲ ਹੋ ਰਹੀ ਆ ਸਟੇਟ ਲੈਵਲ ਤੇ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਪਰ ਇੱਕ ਗੱਲ ਹੋ ਰਿਹਾ, ਇਹਨਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਤੋਂ ਬਾਅਦ ਕੈਪਟਨ ਸਾਹਿਬ ਜਿਹੜਾ ਆਪਣੇ ਮੰਤਰੀ ਮੰਡਲ ਦੇ ਵਿੱਚ ਵੀ ਕੁਝ ਜਿਹੜੇ ਚੇਂਜਸ ਕਰ ਰਹੇ ਨੇ, ਜਿਹਨਾਂ 2 ਚਿਹਰਿਆਂ ਦੀ ਹੋਰ ਗੱਲ ਹੋ ਰਹੀ ਆ, ਇੱਕ ਦਲਿਤ ਤੇ ਇੱਕ ਹਿੰਦੂ। ਉਹ ਦੋਨੋਂ ਹੀ ਕਮੋਵੇਸ਼ ਜੋ ਹਾਲਾਤ ਨੇ, ਜੋ ਖਬਰਾਂ ਆ ਰਹੀਆਂ ਨੇ ਕਿ ਦੋਨੋਂ ਵੀ ਉਹ ਕੈਬਨਿਟ ਵਿੱਚ ਮੰਤਰੀ ਨੇ, ਉਹਨਾਂ ਨੂੰ ਹੀ ਇੱਕ ਨੂੰ ਦਲਿਤ ਪ੍ਰਧਾਨ ਤੇ ਇੱਕ ਨੂੰ ਹਿੰਦੂ ਪ੍ਰਧਾਨ ਲਾਇਆ ਜਾਵੇਗਾ ਤੇ ਉਹ ਜਿਹੜੀਆਂ ਸੀਟਾਂ ਨੇ ਖਾਲੀ ਹੋਣੀਆਂ ਨੇ ਤੇ ਕੁਝ ਲੋਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਊਗਾ, ਕੁਝ ਨੂੰ ਕੱਢਿਆ ਜਾਊਗਾ ਤੇ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਤੇ ਪ੍ਰਸ਼ਾਂਤ ਕਿਸ਼ੋਰ ਨੇ ਨਾਲ ਦੀ ਨਾਲ ਇਹ ਵੀ ਸਲਾਹ ਦਿੱਤੀ ਆ ਕਿ ਜਿਹੜੀਆਂ ਅਗਲੀ ਵਾਰ ਟਿਕਟਾਂ ਵੰਡਣੀਆਂ ਉਹਦੇ 'ਚ 12 ਤੋਂ ਵੱਧ ਬੰਦਿਆਂ ਦੀਆਂ ਟਿਕਟਾਂ ਜਿਹੜੀਆਂ ਉਹ ਬਦਲਣੀਆਂ ਵੀ ਨੇ, ਜਿਹੜੇ ਵਿਧਾਇਕ ਨੇ, ਤੇ 70 ਤੋਂ ਵੱਧ ਇਹਨਾਂ ਕੋਲ ਸੀਟਾਂ ਨੇ ਤੇ 117 ਦੀ ਹੈਗੀ ਆ ਤੁਹਾਡੀ ਵਿਧਾਨ ਸਭਾ, 60 ਦੇ ਕਰੀਬ 59-60 ਬੰਦੇ ਚਾਹੀਦੇ ਨੇ ਇਹਨਾਂ ਨੂੰ ਸਰਕਾਰ ਬਣਾਉਣ ਲਈ। ਉਹ ਸਾਰਾ ਜੋੜ ਤੋੜ ਜਿਹੜਾ ਆ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੇ ਕਾਗਜ਼ ਪੇਪਰ ਰੱਖੇ ਹੋਏ ਨੇ ਤੇ ਬੜੇ ਸਿਰ ਸੁੱਟ ਕੇ ਲੱਗੇ ਰਹਿੰਦੇ ਨੇ ਸਾਰੇ ਦੇ ਰੋਜ਼ ਇਹਨਾਂ ਦੇ ਜਿਹੜੇ ਵੀ ਸਲਾਹਕਾਰ ਨੇ। ਇੱਕ ਗੱਲ ਹੋ ਰਿਹਾ, ਜਿਹੜੀ ਕੱਲ ਦਿੱਲੀ ਦੇ ਵਿੱਚ ਮੀਟਿੰਗ ਹੋਈ ਆ, ਪੰਜਾਬ ਨਾਲੋਂ ਵੱਧ ਉਸ ਮੀਟਿੰਗ ਦਾ ਸੰਬੰਧ ਪੂਰੇ ਹਿੰਦੁਸਤਾਨ ਦੀ ਰਾਜਨੀਤੀ ਨਾਲ ਸੀ ਜੀ। ਤਦ ਹੀ ਪ੍ਰਿਯੰਕਾ ਗਾਂਧੀ ਨੇ ਯੂਪੀ ਦਾ ਦੌਰਾ ਛੱਡ ਕੇ ਪ੍ਰਸ਼ਾਂਤ ਕਿਸ਼ੋਰ ਨਾਲ, ਰਾਹੁਲ ਗਾਂਧੀ ਨਾਲ ਤੇ ਸੋਨੀਆ ਗਾਂਧੀ ਕਹਿੰਦੇ ਆ ਕਿ ਵੀਡੀਓ ਕਾਨਫਰੰਸ ਤੇ ਉਹਦੇ ਸ਼ਾਮਲ ਸੀ ਜੀ। ਉੱਥੇ ਜ਼ੋਰ ਜ਼ਿਆਦਾ ਇਸ ਗੱਲ ਤੇ ਲੱਗਾ ਹੋਇਆ ਸੀਗਾ, ਪੰਜਾਬ ਦੀ ਗੱਲ ਵੀ ਹੋ ਸਕਦਾ ਵਿੱਚ ਹੋਈ ਹੋਵੇ ਜਾਂ ਵਿੱਚ ਰਿੜਕੀ ਗਈ ਹੋਵੇ ਕਿਤੇ, ਪਰ ਰੌਲਾ ਇਸ ਗੱਲ ਦਾ ਪੈ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਕਾਂਗਰਸ ਜੁਆਇਨ ਕਰੋ। ਤੁਹਾਨੂੰ ਯਾਦ ਹੋਣਾ ਬੀਤੇ ਦਿਨੀ ਪ੍ਰਸ਼ਾਂਤ ਕਿਸ਼ੋਰ ਨੇ ਹੀ ਇਹ ਗੱਲ ਇੱਕ ਬਿਆਨ ਦਿੱਤਾ ਸੀਗਾ ਕਿ ਪੰਜਾਬ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਜੇ ਬੀਜੇਪੀ ਨੂੰ ਹਰਾਉਣਾ ਤੇ ਤੀਜੀ ਧਿਰ ਦੀ ਜਿਹੜੀ ਤੀਜੀ ਧਿਰ ਆ ਉਹ ਇੰਨੀ ਤਾਕਤਵਰ ਨਹੀਂ ਹੈਗੀ ਜੀ। ਤੇ ਪ੍ਰਸ਼ਾਂਤ ਕਿਸ਼ੋਰ ਹੀ ਇੱਕ ਗਰੁੱਪ ਬਣਾ ਕੇ ਬੀਤੇ ਕੁਝ ਦਿਨਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਮੀਟਿੰਗਾਂ ਕਰ ਰਹੇ ਆ, ਚਾਹੇ ਉਹ ਜਸ਼ਵੰਤ ਸਿਨਹਾ ਐਂਡ ਪਾਰਟੀ ਨਾਲ ਹੋਵੇ, ਚਾਹੇ ਉਹ ਸ਼ਰਦ ਪਵਾਰ ਐਂਡ ਪਾਰਟੀ ਨਾਲ ਹੋਵੇ, ਚਾਹੇ ਉਹਨਾਂ ਦੀ ਤਾਮਿਲਨਾਡੂ ਦੇ ਮੁੱਖ ਮੰਤਰੀ ਜਿਹੜੇ ਸਟਾਲਿਨ ਬਣੇ ਉਹਨਾਂ ਨਾਲ ਮੁਲਾਕਾਤ ਹੋਈ ਆ, ਤੇ ਚਾਹੇ ਉਹਨਾਂ ਦੀ ਮੁਲਾਕਾਤ ਨਵੀਨ ਪਟਨਾਇਕ ਨਾਲ ਹੋਈ ਆ, ਜਿਹੜੇ ਕਿ ਸਿਰਫ ਔਰ ਸਿਰਫ ਉੜੀਸਾ ਦੀ ਰਾਜਨੀਤੀ ਤੱਕ ਸੀਮਤ ਰਹਿੰਦੇ ਨੇ, ਪਰ ਉਹ ਬਾਕੀ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਬਹੁਤਾ ਭਾਗ ਨਹੀਂ ਲੈਂਦੇ ਜੀ। ਤੇ ਐਜ਼ ਏ ਸਟ੍ਰੈਟਜਿਸਟ, ਚੋਣ ਸਲਾਹਕਾਰ, ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਲਗਭਗ ਸਾਰੇ ਹੀ ਹਿੰਦੁਸਤਾਨ ਦੀਆਂ ਸਾਰੀਆਂ ਵੱਡੀਆਂ ਛੋਟੀਆਂ ਪਾਰਟੀਆਂ ਨਾਲ ਕੰਮ ਜਿਹੜਾ ਆ ਉਹ ਕੀਤਾ ਆ ਤੇ ਉਹਨਾਂ ਦੀ ਭੱਲ ਜਿਹੜੀ ਆ ਉਹ ਸਾਰਿਆਂ ਲੀਡਰਾਂ ਦੇ ਵਿੱਚ ਹੈ। ਆਮ ਲੋਕ ਇਹਨਾਂ ਮੁੱਖ ਮੰਤਰੀਆਂ ਨੂੰ, ਇਹਨਾਂ ਮੰਤਰੀਆਂ ਨੂੰ, ਇਹਨਾਂ ਹਾਰੇ ਹੋਏ ਜਿੱਤੇ ਹੋਏ ਐਮਪੀਆਂ ਨੂੰ ਮਿਲਣ ਲਈ ਬਹੁਤ ਲੰਬਾ ਸਮਾਂ ਲਾਉਂਦੇ ਆ, ਪਰ ਇਹ ਸਾਰਿਆਂ ਦੀ ਪਹੁੰਚ ਦੇ ਵਿੱਚ ਨੇ ਤੇ ਕਾਂਗਰਸ ਵੀ ਹੁਣ ਇਸ ਗੱਲ ਨੂੰ ਬਹੁਤ ਸੋਹਣੇ ਤਰੀਕੇ ਨਾਲ ਦੇਖ ਰਹੀ ਆ। ਉਹਨਾਂ ਦੀ ਸਮਝ ਇੱਕ ਆ ਰਹੀ ਆ ਕਿ ਜੇ ਇੱਕ ਸੂਤਰਧਾਰ ਕੋਈ ਹੋ ਸਕਦਾ ਆ ਤੇ ਉਹ ਪ੍ਰਸ਼ਾਂਤ ਕਿਸ਼ੋਰ ਆ ਜੀ। ਤੇ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਰਿਟਾਇਰਮੈਂਟ ਦੀ ਗੱਲ ਕੀਤੀ ਸੀ ਉਹਦੇ ਪਿੱਛੇ ਵੀ ਇਹੀ ਤਰਕ ਆ, ਹੋ ਸਕਦਾ ਕਿ ਉਹ ਹੁਣ ਐਕਟਿਵ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਹੋਣ ਜੀ। ਮੋਦੀ ਦੇ ਟਾਈਮ ਦੇ ਉੱਤੇ, ਪ੍ਰਧਾਨ ਮੰਤਰੀ ਮੋਦੀ ਦੇ ਟਾਈਮ ਤੇ ਜਦੋਂ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਤੇ ਪ੍ਰਸ਼ਾਂਤ ਕਿਸ਼ੋਰ ਦਾ ਉਹਨਾਂ ਨਾਲ ਟਕਰਾਅ ਇਸ ਗੱਲ ਤੇ ਹੋਇਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਇੱਕ ਪਲਾਨ ਤੇ ਕੰਮ ਕਰਨਾ ਚਾਹੁੰਦੇ ਸੀ। ਉਹ ਪਲਾਨ ਸੀਗਾ ਲੈਟਰਲ ਐਂਟਰੀ ਦਾ ਜੀ ਕਿ ਰਾਜਨੀਤੀ ਦੇ ਵਿੱਚ ਉਹ ਬੰਦੇ ਵੀ ਤੁਸੀਂ ਕਿਤੇ ਕੈਬਨਿਟ ਦੇ ਵਿੱਚ ਜਾਂ ਕਿਤੇ ਵੱਡੇ ਅਹੁਦਿਆਂ ਤੇ ਲਿਆਓ ਜਿਹੜੇ ਰਾਜਨੀਤੀ ਦੇ ਨਾ ਹੋਣ। ਪ੍ਰਧਾਨ ਮੰਤਰੀ ਨੇ ਹਾਲਾਂਕਿ ਉਹਨਾਂ ਨੂੰ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਇਸ ਕੰਮ ਨੂੰ ਕਰਾਂਗੇ, ਪਰ ਜਿੱਦਾਂ ਅਸੀਂ ਜਾਣਦੇ ਹਾਂ ਕਿ ਚੋਣਾਂ ਜਿੱਤਣ ਤੋਂ ਪਹਿਲਾਂ ਅਸੀਂ ਹੋਰ ਤਰੀਕੇ ਨਾਲ ਸੋਚਦੇ ਹਾਂ, ਬਾਅਦ ਵਿੱਚ ਸਾਡੇ ਤੇ ਜਿਹੜੇ ਆ ਬਹੁਤ ਸਾਰੇ ਹੋਰ ਕੰਮ, ਬਹੁਤ ਸਾਰੀਆਂ ਹੋਰ ਗੱਲਾਂ ਤੇ ਬਹੁਤ ਸਾਰੇ ਹੋਰ ਦਬਾਅ ਤੇ ਪਾਰਟੀ ਦਾ ਤੇ ਸੰਗਠਨ ਦਾ ਪ੍ਰਭਾਵ ਵੀ ਹੁੰਦਾ। ਤੇ ਪ੍ਰਸ਼ਾਂਤ ਕਿਸ਼ੋਰ ਨੇ ਆਪ ਇਸ ਇੱਕ ਇੰਟਰਵਿਊ 'ਚ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਨੇ ਲੈਟਰਲ ਐਂਟਰੀ ਦੇ ਵਾਲਾ ਜਿਹੜਾ ਪ੍ਰੋਜੈਕਟ ਸੀ ਉਹਨੂੰ ਖਟਾਈ 'ਚ ਪਾ ਦਿੱਤਾ ਸੀ, ਜਾਂ ਉਹਨੂੰ ਲੰਮਲੇਟ ਕਰਤਾ ਸੀ, ਜਾਂ ਉਹਨੂੰ ਲਟਕਾ ਦਿੱਤਾ ਸੀ। ਉਸ ਗੱਲ ਨੂੰ ਜੇ ਅਸੀਂ ਫਿਰ ਤੋਂ ਇੱਕ ਵਾਰ ਵਿਸ਼ਲੇਸ਼ਣ ਕਰੀਏ ਤੇ ਉਹਦੇ 'ਚ ਹੋ ਸਕਦਾ ਕਿ ਪ੍ਰਸ਼ਾਂਤ ਕਿਸ਼ੋਰ ਉਦੋਂ ਚਾਹੁੰਦੇ ਹੋਣ ਕਿ ਮੈਨੂੰ ਲੈਟਰਲ ਐਂਟਰੀ ਨਾਲ ਲੈ ਕੇ ਆਂਦਾ ਜਾਵੇ,
ਤੇ ਹੁਣ ਕਿਉਂਕਿ ਬੀਜੇਪੀ ਸਟਰੋਂਗ ਆ, ਤੇ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਸਟਰੋਂਗ ਆ, ਬਹੁਤ ਹਾਈਟ ਤੇ ਜਾ ਚੁੱਕੀ ਆ, ਪਰ ਉਸ ਹਾਈਟ ਤੱਕ ਕਿੰਨੀ ਦੇਰ ਰਹੂਗੀ। ਜਿੱਦਾਂ ਅਸੀਂ ਅੱਜ ਸਾਰੇ ਹਿੰਦੁਸਤਾਨ ਦੀ ਰਾਜਨੀਤੀ ਨੂੰ ਦੇਖਦੇ ਹਾਂ ਤੇ ਬਹੁਤ ਜਗ੍ਹਾ ਤੇ ਛੋਟੇ-ਛੋਟੇ ਲੈਵਲ ਤੇ ਵੱਡੇ-ਵੱਡੇ ਲੈਵਲ ਤੇ ਮਹਿੰਗਾਈ ਨੂੰ ਲੈ ਕੇ, ਨੌਕਰੀਆਂ ਨੂੰ ਲੈ ਕੇ, ਕੋਵਿਡ ਨੂੰ ਲੈ ਕੇ, ਕਿਸਾਨ ਅੰਦੋਲਨ ਨੂੰ ਲੈ ਕੇ, ਹੋਰ ਇਦਾਂ ਦੀਆਂ ਹਜ਼ਾਰਾਂ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦਾ ਜਿਹੜਾ ਬੀਜੇਪੀ ਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਘਟ ਰਿਹਾ। ਪਰ ਸਮੱਸਿਆ ਇਹੀ ਆ, ਅਸੀਂ ਬਹੁਤ ਵਾਰ ਗੱਲ ਕਰਦੇ ਹਾਂ ਕਿ ਜੇ ਬੀਜੇਪੀ ਨਹੀਂ ਤਾਂ ਫਿਰ ਹੋਰ ਕੌਣ। ਸੋ ਉਹ ਸਾਰੀਆਂ ਜਿਹੜੀਆਂ ਧਿਰਾਂ ਆ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਕਾਂਗਰਸ ਨੂੰ ਇਦਾਂ ਲੱਗਦਾ ਹੈ ਕਿ ਇੱਕ ਪ੍ਰਸ਼ਾਂਤ ਕਿਸ਼ੋਰ ਇੱਕ ਚੰਗੀ ਭੂਮਿਕਾ ਨਿਭਾ ਸਕਦੇ ਆ। ਹੋ ਸਕਦਾ ਤੁਹਾਨੂੰ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੱਡੀਆਂ ਘਟਨਾਵਾਂ ਦੇਖਣ ਨੂੰ ਮਿਲਣ ਜਿਹੜੀਆਂ ਰਾਸ਼ਟਰੀ ਰਾਜਨੀਤੀ ਨੂੰ ਬਦਲਦੀਆਂ ਹੋਣ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਜਾਂ ਆਪਾਂ ਇਸ ਗੱਲ ਨੂੰ ਪੜ੍ਹਦੇ ਲਿਖਦੇ ਸੁਣਦੇ ਹਾਂ ਕਿ ਜਦੋਂ ਵੀ ਕੋਈ ਵੱਡੀ ਪਾਰਟੀ ਰਾਜਨੀਤੀ ਦੇ ਵਿੱਚ ਕੇਂਦਰ 'ਚ ਸਥਾਪਿਤ ਹੋ ਜਾਂਦੀ ਆ, ਫਿਰ ਹੀ ਜਿਹੜੇ ਬਾਕੀ ਛੋਟੇ ਦਲ ਨੇ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ। ਇਹ ਹੁਣ ਨਹੀਂ ਹੋਇਆ, ਇਹ ਪਹਿਲਾਂ ਵੀ ਹੋ ਚੁੱਕਾ। ਇੰਦਰਾ ਗਾਂਧੀ ਤੋਂ ਬਾਅਦ ਵੀ ਬਾਕੀ ਸਾਰੇ ਦਲਾਂ ਨੇ ਇਕੱਠੇ ਹੋ ਕੇ ਜਨਤਾ ਦਲ ਦੀ ਸਰਕਾਰ ਬਣਾਈ। ਰਾਜੀਵ ਗਾਂਧੀ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਬਣੀਆਂ, ਦੇਵਗੌੜਾ ਵਾਲੀਆਂ ਤੇ ਗੁਜਰਾਲ ਵਾਲੀਆਂ ਤੇ ਵੀਪੀ ਸਿੰਘ ਵਾਲੀਆਂ ਤੇ ਚੰਦਰ ਸ਼ੇਖਰ ਵਾਲੀਆਂ। ਇਹ ਹੋ ਸਕਦਾ ਆ ਕਿ ਇਦਾਂ ਹੀ ਹੁਣ ਵੀ ਇੱਕ ਵਾਰ ਫੇਰ ਜਿਹੜੇ ਵਿਰੋਧੀ ਧਿਰ ਆ ਉਹ ਸਾਰੇ ਇੱਕ ਸੂਤਰ ਦੇ ਵਿੱਚ ਇਕੱਠੇ ਹੋ ਜਾਣ ਤੇ ਉਹਦੇ ਲਈ ਪ੍ਰਸ਼ਾਂਤ ਕਿਸ਼ੋਰ ਕੋਈ ਚੰਗੀ ਭੂਮਿਕਾ ਨਿਭਾ ਸਕਣ, ਕਿਉਂਕਿ ਐਜ਼ ਏ ਚੋਣ ਵਿਸ਼ਲੇਸ਼ਣ, ਚੋਣ ਨੀਤੀਕਾਰ ਉਹ ਸਾਰੀ ਜਗ੍ਹਾ ਤੇ ਆਪਣੀ ਇੱਕ ਚੰਗੀ ਪਕੜ ਰੱਖਦੇ। ਪੰਜਾਬ ਕਾਂਗਰਸ ਦੇ ਵਿੱਚ ਕਿੰਨੇ ਮੰਤਰੀ ਬੁੱਝਦੇ ਨੇ ਤੇ ਕਿੰਨੇ ਜਾਗਦੇ ਨੇ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂ, ਕਿਉਂਕਿ ਹਾਈ ਕਮਾਂਡ ਕਾਫੀ ਲੰਬਾ ਹੀ ਰਿੜਕਣਾ ਪਾ ਕੇ ਬੈਠੀ ਹੈ। ਗੱਲ ਕਰਦੇ ਹਾਂ ਬਿਲਗਾ ਸਾਹਿਬ, ਕਿਸਾਨ ਅੰਦੋਲਨ ਦੀ ਗੁਰਨਾਮ ਸਿੰਘ ਚੜੂਨੀ ਨੂੰ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਤੇ ਚੜੂਨੀ ਸਾਹਿਬ ਕਹਿੰਦੇ ਨੇ ਕਿ ਇਹ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ, ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਨੇ। ਕੀ ਕਹਿਣਾ ਚਾਹੁੰਦੇ ਹੋ? ਸਵਲੀਨ, ਇਹ ਬੜੇ ਦਿਨਾਂ ਤੋਂ ਇਹ ਗੱਲਬਾਤ ਚੱਲ ਰਹੀ। ਗੁਰਨਾਮ ਸਿੰਘ ਝੜੂਨੀ ਵੱਲੋਂ ਜਦੋਂ ਡੇਰਾ ਬਾਬਾ ਨਾਨਕ ਤੋਂ ਇੱਕ ਕਿਸਾਨੀ ਅੰਦੋਲਨ ਸਿੰਘੂ ਬਾਰਡਰ ਤੇ ਲਿਜਾਣ ਲਈ ਕਾਫਲਾ ਸ਼ੁਰੂ ਕੀਤਾ ਗਿਆ ਤੇ ਬਟਾਲਾ, ਗੁਰਦਾਸਪੁਰ ਤੋਂ ਵਾਇਆ ਟਾਂਡਾ, ਜਲੰਧਰ, ਲੁਧਿਆਣਾ ਹੁੰਦਾ ਹੋਇਆ ਸ਼੍ਰੀ ਫਤਿਹਗੜ੍ਹ ਸਾਹਿਬ ਰਾਤ ਰੁਕਦਾ ਤੇ ਉਸ ਤੋਂ ਬਾਅਦ ਉਹ ਸਿੰਘੂ ਬਾਰਡਰ ਤੇ ਜਾਂਦਾ। ਪੰਜਾਬ ਵਿੱਚ ਹੀ ਇੱਕ ਬਿਆਨ ਉਹਨਾਂ ਦਾ ਆ ਗਿਆ ਸੀਗਾ ਕਿ ਪੰਜਾਬ ਦੇ ਲੀਡਰਾਂ ਨੂੰ ਜਾਂ ਸੰਯੁਕਤ ਮੋਰਚੇ ਦੇ ਲੀਡਰਾਂ ਨੂੰ ਜਿਵੇਂ ਉੱਤਰਾਖੰਡ ਵਿੱਚ ਉੱਤਰਾਖੰਡ ਮਾਡਲ ਦਿੱਤਾ ਜਾ ਰਿਹਾ ਇਲੈਕਸ਼ਨ ਦੇ ਵਿੱਚ, ਜਾਂ ਮਿਸ਼ਨ ਯੂਪੀ ਜਿਹੜਾ ਦਿੱਤਾ ਜਾ ਰਿਹਾ ਯੂਪੀ ਦੇ ਵਿੱਚ, ਇਸ ਤਰਕ ਤੇ ਪੰਜਾਬ ਦੀ ਰਾਜਨੀਤੀ ਵਿੱਚ ਵੀ ਕੋਈ ਨਾ ਕੋਈ ਪੋਲੀਟੀਕਲ ਜਿਹੜਾ ਬਦਲ ਕਿਸਾਨਾਂ ਨੂੰ ਦੇਣਾ ਚਾਹੀਦਾ। ਭਾਵੇਂ ਕਿ ਉਸੇ ਵੇਲੇ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਲੀਡਰਾਂ ਦਾ ਬਿਆਨ ਆ ਗਿਆ ਸੀਗਾ ਕਿ ਅਸੀਂ ਇਸ ਮਸਲੇ ਦਾ ਇਸ ਬਿਆਨ ਦਾ ਸਮਰਥਨ ਨਹੀਂ ਕਰਦੇ ਤੇ ਨਾ ਹੀ ਇਹ ਬਿਆਨ ਜਿਹੜਾ ਹੈ ਸੰਯੁਕਤ ਮੋਰਚੇ ਦਾ ਗੁਰਨਾਮ ਸਿੰਘ ਝੜੂਨੀ ਦਾ ਆਪਣਾ ਬਿਆਨ ਆ। ਪਰ ਉਹ ਚੀਜ਼ ਨੂੰ ਆਪਾਂ ਦੇਖਦੇ ਗਏ ਕਿ ਉਹ ਜਦੋਂ ਖੰਡਨ ਹੋ ਜਾਂਦਾ ਉਸ ਤੋਂ ਬਾਅਦ ਮੈਂ ਇੰਟਰਵਿਊ ਵੀ ਕੀਤੀਆਂ ਵੱਖ-ਵੱਖ ਲੀਡਰਾਂ ਦੀਆਂ, ਉਹਨਾਂ ਦਾ ਵੀ ਇਹ ਮੰਨਣਾ ਸੀ ਵੀ ਅਸੀਂ ਇੱਥੇ ਜਿਹੜਾ ਆ ਉਹ ਖੇਤੀ ਅੰਦੋਲਨ, ਖੇਤੀ ਦੇ 3 ਕਾਨੂੰਨ ਜਿਹੜੇ ਬਣਾਏ ਸਰਕਾਰ ਨੇ ਉਹਦੇ ਖਿਲਾਫ ਅਸੀਂ ਵਿਦਰੋਹ ਕਰਨ ਆਏ ਆ, ਅਸੀਂ ਉਹਦੇ ਖਿਲਾਫ ਲੜਨ ਆਏ ਆ, ਹੱਕਾਂ ਨਹੀਂ ਲੜਨ ਆਏ ਆ, ਅਸੀਂ ਚੋਣਾਂ ਲੜਨ ਨਹੀਂ ਆਏ ਹੈਗੇ। ਪਰ ਉਹਨਾਂ ਜਿਹੜੇ ਬਿਆਨ ਸੀਗੇ ਉਹ ਬਿਆਨਾਂ ਤੋਂ ਬਾਅਦ ਗੁਰਨਾਮ ਸਿੰਘ ਝੜੂਨੀ ਜਿਹੜਾ ਹੈ ਉਹ ਬਾਰ-ਬਾਰ ਉਹ ਬਿਆਨ ਰਿਪੀਟ ਕਰਦਾ ਰਿਹਾ ਤੇ ਇਸ ਕਰਕੇ ਸੰਯੁਕਤ ਮੋਰਚੇ ਨੇ ਫਿਰ ਮੀਟਿੰਗ ਕਰਕੇ ਤੇ ਉਹਦਾ ਫੈਸਲਾ ਲਿਆ, ਏਜੰਡਾ ਲੱਗਾ। ਏਜੰਡੇ ਦੇ ਵਿੱਚ ਇਹ ਵੀ ਸਰਬਸੰਮਤੀ ਦੇ ਨਾਲ ਉਹਨੇ ਫੈਸਲਾ ਕੀਤਾ ਵੀ ਗੁਰਨਾਮ ਸਿੰਘ ਝੜੂਨੀ ਜਿਹੜਾ ਇੱਕ ਮੋਰਚੇ ਦੀ ਬਣਾਈ ਹੋਈ ਮਰਿਆਦਾ ਉਹਨੂੰ ਬਾਰ-ਬਾਰ ਉਲੰਘਣਾ ਕਰ ਰਿਹਾ, ਬਾਰ-ਬਾਰ ਟੱਪ ਰਿਹਾ ਤੇ ਉਹਨੂੰ 7 ਦਿਨ ਲਈ ਫਿਰ ਮੁਅੱਤਲ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਫਿਰ ਜਿਹੜਾ ਗੁਰਨਾਮ ਸਿੰਘ ਝੜੂਨੀ ਦੀ ਪ੍ਰਤੀਕਿਰਿਆ ਆਉਂਦੀ ਆ ਤੇ ਉਹ ਵੀ ਆਪਾਂ ਸੁਣੀ ਆ ਕਿ ਉਹਨਾਂ ਨੇ ਇਹ ਕਿਹਾ ਵੀ ਜੋ ਮੈਂ ਗੱਲ ਕਹੀ ਸੀ ਮੇਰਾ ਨਿੱਜੀ ਵਿਚਾਰ ਆ, ਨਿੱਜੀ ਵਿਚਾਰਾਂ ਤੇ ਕਦੀ ਵੀ ਕਿਸੇ ਦੇ ਕੋਈ ਰੋਕ ਨਹੀਂ ਲਾ ਸਕਦਾ ਵੀ ਇਹ ਸੰਯੁਕਤ ਮੋਰਚਾ ਚਾਹੇ ਜੋ ਵੀ ਕਰ ਰਿਹਾ ਆ ਮੈਂ ਉਹਨੂੰ ਮੰਨਣ ਨੂੰ ਤਿਆਰ ਆ ਵੀ ਉਹਨੇ ਜਿਹੜਾ ਫੈਸਲਾ ਕੀਤਾ 7 ਦਿਨ ਲਈ ਕੋਈ ਗੱਲ ਨਹੀਂ, ਪਰ ਮੈਂ ਆਪਣੀ ਸਟੈਂਡ ਤੇ ਜਿਹੜਾ ਮੈਂ ਖੜਾ ਆ। ਆਪਣੇ ਸਟੈਂਡ ਤੇ ਖੜਨ ਤੋਂ ਬਾਅਦ ਉਹਨੇ ਇਹ ਗੱਲ ਕਹੀ ਆ ਕਿ ਹਰਿਆਣਾ ਇਸ ਅੰਦੋਲਨ ਦੇ ਵਿੱਚ ਘੱਟ ਕਰਕੇ ਨਹੀਂ ਅੰਕਿਆ ਜਾ ਸਕਦਾ। ਸਭ ਨੂੰ ਵੱਧ ਜਿਹੜੇ ਹਰਿਆਣੇ ਦੇ ਲੋਕਾਂ ਦੇ ਉੱਤੇ ਪਰਚੇ ਹੋਏ ਆ, ਸਭ ਨੂੰ ਵੱਧ ਜਿਹੜੀਆਂ ਲਾਠੀਆਂ ਚੱਲੀਆਂ ਉਹ ਹਰਿਆਣੇ ਦੇ ਲੋਕਾਂ ਤੇ ਚੱਲੀਆਂ। ਪਰ ਜੇ ਕਹੋ ਵੀ ਇਸ ਅੰਦੋਲਨ ਦੇ ਵਿੱਚ ਹਰਿਆਣੇ ਦਾ ਆਉਣ ਵਾਲੇ ਸਮੇਂ ਵਿੱਚ ਵੀ ਯੋਗਦਾਨ ਘਟ ਜਾਊਗਾ ਜਾਂ ਜਿਹੜੀ ਕਾਲ ਅਗਾਂਹ ਕੀਤੀ ਜਾਊਗੀ ਸੰਯੁਕਤ ਮੋਰਚੇ ਵੱਲੋਂ ਉਹਦੇ ਵਿੱਚ ਹਰਿਆਣਾ ਹਿੱਸਾ ਨਹੀਂ ਲਊਗਾ, ਇਹ ਗੱਲ ਕਤਈ ਨਹੀਂ ਹੋਣੀ। ਪਰ ਜਿਹੜਾ ਮੈਂ ਆਪਣਾ ਬਿਆਨ ਦਿੱਤਾ ਆ ਉਹ 'ਤੇ ਮੈਂ ਸਟੈਂਡ ਕਰਦਾ ਆ ਵੀ ਸੰਯੁਕਤ ਮੋਰਚੇ ਨੂੰ ਇਹ ਜਿਹੜਾ ਮੇਰਾ ਸਸਪੈਂਸ਼ਨ ਕੀਤੀ ਹੈ ਨਹੀਂ ਸੀ ਕਰਨੀ ਚਾਹੀਦੀ। ਪਰ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਦੇਖਦੇ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਇਸ ਮੋਰਚੇ ਨੂੰ ਲੰਬਾ ਖਿੱਚ ਕੇ ਇਹਨੂੰ ਪਾਟੋ ਧਾੜ ਕਰਨਾ ਚਾਹੁੰਦੀ ਆ, ਲੋਕਾਂ ਨੂੰ, ਕਿਸਾਨਾਂ ਨੂੰ ਜਾਂ ਜਿਹੜਾ ਇਸ ਅੰਦੋਲਨ ਦੇ ਨਾਲ ਹਿੱਤ ਰੱਖਣ ਵਾਲੇ ਲੋਕ ਆ ਉਹਨਾਂ ਨੂੰ ਇਹ ਲੱਗ ਰਿਹਾ ਆ ਕਿਤੇ ਇਹਨਾਂ ਦਾ ਇਹ ਜਿਹੜਾ ਆਪਸ ਵਿੱਚ ਹੀ ਤਣਾਅ ਪੈਦਾ ਹੋ ਰਿਹਾ ਆ। ਆਉਣ ਵਾਲੇ ਸਮੇਂ ਦੇ ਵਿੱਚ 8-9 ਮਹੀਨੇ ਦਾ ਜਿਹੜਾ ਅੰਦੋਲਨ ਆ ਉਹ ਕਿਤੇ ਇਹਨਾਂ ਦੀ ਪਾਟੋ ਧਾੜ ਦੇ ਨਾਲ ਉਹ ਅੰਦੋਲਨ ਜਿਹੜਾ ਕਿਸਾਨ ਹਾਰ ਨਾ ਜਾਣ। ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਹ ਸਸਪੈਂਸ਼ਨ ਹੋਈ ਆ, ਇਹ ਲੀਡਰਾਂ ਦੇ ਵਿੱਚ ਕੜੱਤਣ ਜ਼ਰੂਰ ਵਧਾਊਗੀ। ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਸ ਜਿਹੜਾ ਫੈਸਲਾ ਹੋਇਆ ਆ ਉਹਦਾ ਅਸਰ ਦੂਜੇ ਲੀਡਰਾਂ ਤੇ ਕੀ ਪੈਂਦਾ ਆ ਕਿ ਜਾਂ ਪੰਜਾਬ ਦੀ ਰਾਜਨੀਤੀ ਵਿੱਚ ਕਿਸਾਨ ਕੋਈ ਨਾ ਕੋਈ ਆਪਣਾ ਯੋਗਦਾਨ ਪਾਉਂਦੇ ਆ।
ਕਿਸਾਨ ਆਗੂਆਂ ਦੀਆਂ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਕਰਕੇ ਕਿਤੇ ਕਿਸਾਨ ਅੰਦੋਲਨ ਦੇ ਵਿੱਚ ਤਰੇੜਾਂ ਤਾਂ ਨਹੀਂ ਪੈ ਜਾਣਗੀਆਂ? ਇਸ ਬਾਰੇ ਵੀ ਗੱਲਬਾਤ ਕਰਦੇ ਹਾਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਗੁਰਨਾਮ ਸਿੰਘ ਚੜੂਨੀ ਦੀ, ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਕੁਝ ਕਿਸਾਨ ਜਥੇਬੰਦੀਆਂ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਗੁਰਨਾਮ ਸਿੰਘ ਚੜੂਨੀ ਦੀ ਹਮਾਇਤ ਕਰ ਰਹੀਆਂ ਨੇ। ਕਿਤੇ ਤਿੜਕ ਤਾਂ ਨਹੀਂ ਜਾਣਗੇ ਸਾਰੇ? ਤੁਹਾਡੀ ਗੱਲ ਜਿਹੜੀ ਆ, ਉਹ ਤੁਹਾਡਾ ਜਿਹੜਾ ਸ਼ੰਕਾ ਆ, ਜਿਹੜਾ ਤੁਹਾਡੇ ਮਨ 'ਚ ਇੱਕ ਸ਼ੁਭਾ ਆ, ਉਹ ਜਾਇਜ਼ ਆ। ਪਰ ਮੈਨੂੰ ਇਦਾਂ ਲੱਗਦਾ ਵੀ ਜਿੰਨੇ ਸਮੇਂ ਤੋਂ ਕਿਸਾਨ ਤਪੇ ਹੋਏ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ, ਆਪੋ ਆਪਣੇ ਪਿੰਡਾਂ ਵਿੱਚ, ਆਪੋ ਆਪਣੇ ਖਿੱਤਿਆਂ ਵਿੱਚ, ਇਕੱਲੇ ਪੰਜਾਬ ਜਾਂ ਹਰਿਆਣੇ ਦੀ ਨਹੀਂ, ਸਾਰੇ ਹਿੰਦੁਸਤਾਨ ਦੇ, ਤੇ ਜਿੰਨੀ ਦੇਰ ਹੋ ਗਈ ਆ 40 ਸਾਲ ਜਾਂ 50 ਸਾਲ ਜਾਂ 60 ਸਾਲ 70 ਸਾਲ, ਜੇ 47 ਤੋਂ ਗਿਣਨ ਲੱਗੀਏ ਤੇ 53 ਉਹ ਤੇ 20 21 74 ਸਾਲ ਹੋ ਗਏ ਇਸ ਆਜ਼ਾਦੀ ਨੂੰ ਆਈ ਨੂੰ, ਤੇ ਕਿਸਾਨਾਂ ਦਾ ਕੁਝ ਨਹੀਂ ਸੰਵਰਿਆ। ਉਹਨਾਂ ਨੇ ਬਲਦਾਂ ਦੀ ਜਗ੍ਹਾ ਤੇ ਟਰੈਕਟਰ ਜ਼ਰੂਰ ਲੈ ਲੈਣੇ, ਪਰ ਕਰਜ਼ੇ ਦੀ ਜਿਹੜੀ ਪੰਡ ਆ ਉਹ ਦਿਨ ਪ੍ਰਤੀ ਦਿਨ ਭਾਰੀ ਹੋਈ ਜਾਂਦੀ ਹੈ। ਜੋ ਵੀ ਬੀਜਦੇ ਆ, ਬੀਜ ਕੇ ਵੱਢਦੇ ਆ, ਵੱਢ ਕੇ ਕੱਢਦੇ ਆ, ਸਵਾਰਦੇ ਆ, ਤੇ ਮੁੜ ਕੇ ਅੰਤ ਨੂੰ ਇਹੀ ਕਹਿੰਦੇ ਆ ਕਿ ਅਸੀਂ ਫਸਲ ਸੁੱਟਣ ਚੱਲੇ ਆ। ਉਤੋਂ ਉਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਜਿੱਥੇ ਤੱਕ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ, ਉਸਰਿਆ, ਤੇ ਹੁਣ ਜਿੱਥੇ ਤੱਕ ਇਹਨੂੰ ਸੰਗਠਿਤ ਕਰਕੇ ਲੈ ਕੇ ਆਏ ਆ ਸਾਰੇ ਲੋਕ, ਜਿੰਨੇ ਕਿ ਸਮਝਦਾਰ ਨੇ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ, ਮੈਂ ਕਿਸੇ ਇੱਕ ਅੱਧੇ ਦੀ ਗੱਲ ਨਹੀਂ ਕਰਦਾ ਵੀ ਕਿਸੇ 'ਚ ਕੁਝ ਕੱਚ ਹੋ ਸਕਦਾ, ਪਰ ਜਿੰਨੀ ਦੇਰ 7.5 ਮਹੀਨੇ ਉੱਥੇ ਬੈਠਿਆਂ ਨੂੰ ਹੋ ਗਏ, ਉਤੋਂ ਵੀ ਪਹਿਲਾਂ ਇੱਥੇ ਦੀਆਂ ਵੀ ਜੋ ਸਾਰੀਆਂ ਘਟਨਾਵਾਂ ਹੋਈਆਂ, ਸਾਰਾ ਹਿੰਦੁਸਤਾਨ ਇਹਨਾਂ ਨੇ ਘੁੰਮ ਕੇ ਦੇਖਿਆ। ਇਲੈਕਸ਼ਨ ਲਈ ਵੀ ਗਏ, ਉੱਦਾਂ ਵੀ ਆਪਣੇ ਪ੍ਰਚਾਰ ਪ੍ਰਸਾਰ ਲਈ ਲੋਕਾਂ ਨੂੰ ਆਪਣੀਆਂ ਗੱਲਾਂ ਦੱਸਣ ਲਈ ਵੀ ਗਏ। ਠੀਕ ਹੈ, ਚੜੂਨੀ ਸਾਹਿਬ ਨੇ ਇਹ ਗੱਲ ਕਹੀ ਆ ਤੇ ਉਹ ਬਾਕੀਆਂ ਨੂੰ ਨਹੀਂ ਪਸੰਦ ਆਈ, ਮੈਨੂੰ ਪਸੰਦ ਆਈ ਜਾਂ ਨਹੀਂ ਆਈ, ਇੱਕ ਵੱਖਰਾ ਵਿਸ਼ਾ ਆ। ਪਰ ਮੈਨੂੰ ਇਹ ਲੱਗਦਾ ਨਹੀਂ ਕਿ ਇਹ ਆਪਸ ਦੇ ਵਿੱਚ ਤਿੜਕਣਗੇ। ਗੱਲ ਠੀਕ ਆ, ਜਥੇਬੰਦੀਆਂ ਦੀ ਗਿਣਤੀ ਜਿਹੜੀ ਆ ਬਹੁਤ ਆ। ਬਿਲਗਾ ਸਾਹਿਬ ਨੇ ਇਹਨੂੰ ਬਹੁਤ ਨੇੜੇ ਤੋਂ ਦੇਖਿਆ, ਇਹ 500 ਤੋਂ ਉੱਪਰ 600 ਤੱਕ ਜਥੇਬੰਦੀਆਂ ਪੂਰੇ ਹਿੰਦੁਸਤਾਨ ਦੀਆਂ, ਪਰ ਉੱਥੇ 32 ਪੰਜਾਬ ਦੀਆਂ ਤੇ ਚੜੂਨੀ ਸਾਹਿਬ ਤੇ ਟਕੈਤ ਸਾਹਿਬ ਇਹ ਵੱਖਰੇ ਨੇ। ਸੰਯੁਕਤ ਕਿਸਾਨ ਮੋਰਚਾ ਇੱਕ ਵੱਖਰੀ ਸ਼ੇਪ ਆ, ਚੜੂਨੀ ਸਾਹਿਬ ਦਾ ਜਿਹੜਾ ਆਪਣਾ ਇੱਕ ਆਧਾਰ ਆ ਤੇ ਉਹਨਾਂ ਦੀ ਆਪਣੀ ਇੱਕ ਜਥੇਬੰਦੀ ਆ, ਟਕੈਤ ਸਾਹਿਬ ਦੀ ਇੱਕ ਆਪਣੀ ਜਥੇਬੰਦੀ ਆ। ਜੋਗਿੰਦਰ ਯਾਦਵ ਜੀ ਉੱਥੇ ਨੇ ਜਿਨ੍ਹਾਂ ਦੀ ਜਥੇਬੰਦੀ ਵੀ ਹੈ, ਪਰ ਉਹ ਕਿਸਾਨੀ ਨਾਲ ਜੁੜੀ ਹੋਈ ਨਹੀਂ ਹੈ, ਉਹ ਸਵਰਾਜ ਲਹਿਰ ਨਾਲ ਜੁੜੇ ਹੋਏ ਨੇ। ਹੋਰ ਵੀ ਉੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਮੀਟਿੰਗਾਂ 'ਚ ਬੈਠਦੇ ਨੇ, ਭਾਵੇਂ ਉਹ ਸਿੱਧੇ ਕਿਸਾਨੀ ਨਾਲ ਨਹੀਂ ਜੁੜੇ ਹੋਏ। ਪਰ ਮੈਨੂੰ ਇਦਾਂ ਜਾਪਦਾ ਨਹੀਂ ਅੱਜ ਦੀ ਘੜੀ ਤੱਕ ਕਿ ਜੇ ਹਫ਼ਤੇ ਲਈ ਇਹਨਾਂ ਨੂੰ ਬਾਹਰ ਵੀ ਕਰ ਦਿੱਤਾ ਤੇ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਪਵੇਗੀ। ਉਹਨਾਂ ਨੇ ਇਹ ਗੱਲ ਕਹੀ ਵੀ ਆ ਕਿ ਮੈਂ ਇਸ ਅੰਦੋਲਨ ਦਾ ਹਿੱਸਾ ਬਣਿਆ ਰਵਾਂਗਾ ਤੇ ਕਿਸੇ ਵੀ ਪੱਖੋਂ ਘੱਟ ਨਹੀਂ ਕਰਾਂਗਾ, ਪਰ ਉਹਨਾਂ ਨੇ ਜਿਹੜੀ ਦੂਜੀ ਗੱਲ ਕਹੀ ਆ ਉਹ ਬਿਲਕੁਲ ਉਹਨਾਂ ਦੇ ਸਿਆਣੇ ਤੇ ਸਮਝਦਾਰ ਹੋਣ ਦੀ ਜਿਹੜੀ ਆ ਉਹ ਗੱਲ ਆ ਕਿ ਮੇਰਾ ਨਿੱਜੀ ਵਿਚਾਰ ਆ ਵੀ ਸਾਨੂੰ ਜੇ ਰਾਜਨੀਤੀ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਨੂੰ ਰਾਜਨੀਤੀ 'ਚ ਆ ਜਾਣਾ ਚਾਹੀਦਾ, ਤੇ ਕਿਸੇ ਨੇ ਆਉਣਾ ਆ ਕਿਸੇ ਨੇ ਨਹੀਂ ਆਉਣਾ, ਇਹ ਵੱਖਰੀ ਗੱਲ ਆ। ਤੇ ਇਸ ਜਿਹੜੀ ਉਹਨਾਂ ਦੀ ਜਿਹੜੇ ਬਿਆਨ ਸੀ ਉਸ ਤੋਂ ਅਗਲੇ ਉਸੇ ਦਿਨ ਜਿਹੜਾ ਬਿਆਨ ਡਾਕਟਰ ਦਰਸ਼ਨਪਾਲ ਨੇ ਦਿੱਤਾ ਸੀ, ਉਹਨਾਂ ਨੇ ਬਿਲਕੁਲ ਇਹ ਗੱਲ ਸਾਫ਼ ਕੀਤੀ ਸੀ ਕਿ ਹਾਲੇ ਇਸ ਗੱਲ ਨੂੰ ਕਰਨ ਦਾ ਸਮਾਂ ਨਹੀਂ ਆ। ਹਾਲੇ ਅਸੀਂ ਸਿਰਫ ਅਧਿਕਾਰਾਂ ਲਈ ਲੜਨਾ, ਚੋਣਾਂ ਲਈ ਨਹੀਂ। ਜਦੋਂ ਚੋਣਾਂ ਲਈ ਲੜਨ ਦਾ ਟਾਈਮ ਆਊਗਾ ਉਹ ਦੇਖਾਂਗੇ। ਉਹ ਜਿਹੜਾ ਉਹ ਸ਼ਬਦ ਹਾਲੇ ਆ ਕਿ ਹਾਲੇ ਇਹ ਸਮਾਂ ਨਹੀਂ ਹੈਗਾ, ਤੇ ਇਹ ਗੱਲ ਮੈਨੂੰ ਲੱਗਦਾ ਕਿ ਚੜੂਨੀ ਸਾਹਿਬ ਸਮਝ ਲੈਣਗੇ ਤੇ ਮਸਲਾ ਜਿਹੜਾ ਹਾਲੇ ਹੀ ਆ। ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰ ਲਈ, ਕਿਸਾਨ ਅੰਦੋਲਨ ਦੀ ਵੀ ਗੱਲ ਕਰ ਲਈ, ਤੇ ਹੁਣ ਜਰਾ ਮੋਦੀ ਸਰਕਾਰ ਦੀ ਗੱਲ ਕਰ ਲਈਏ। ਉਹਨਾਂ ਨੇ ਸੁਣਿਆ ਵੀ ਕਰਮਚਾਰੀਆਂ ਨੂੰ ਇੱਕ ਤੋਹਫਾ ਦੇਣ ਦੀ ਪਲੈਨਿੰਗ ਕੀਤੀ ਹੈ। ਦੇਖੋ, ਜਦੋਂ ਤੋਂ ਕਰੋਨਾ ਆਇਆ ਸੀ ਉਦੋਂ ਤੋਂ ਹੀ ਜਿਹੜੇ ਸੀ ਅਧਿਕਾਰੀਆਂ, ਜਿਹੜੇ ਸਾਡੇ ਕਰਮਚਾਰੀ ਨੇ, ਸੈਂਟਰਲ ਗਵਰਨਮੈਂਟ ਦੇ ਜਿਹੜੇ EMPLOYE ਨੇ, ਬੈਂਕਾਂ ਦੇ EMPLOYE ਨੇ ਜਾਂ ਹੋਰ ਬਹੁਤ ਸਾਰੇ EMPLOYE ਨੇ, ਉਹਨਾਂ ਦੀ ਜਿਹੜੀ ਇੱਕ ਇਨਕਰੀਮੈਂਟ ਲੱਗਦੀ ਆ, ਸਾਲ 'ਚ 2 ਵਾਰ ਇਨਕਰੀਮੈਂਟ ਲੱਗਦੀ ਆ। ਸਰਕਾਰੀ ਮੁਲਾਜ਼ਮ ਇਸ ਗੱਲ ਨੂੰ ਜਾਣਦੇ ਆ, ਜਨਵਰੀ 'ਚ ਜਾਂ ਜੁਲਾਈ 'ਚ, ਫਿਰ ਜਨਵਰੀ 'ਚ ਫਿਰ ਜੁਲਾਈ 'ਚ, ਸਾਲ 'ਚ 2 ਵਾਰ ਇਨਕਰੀਮੈਂਟ ਲੱਗਦੀ ਆ। ਉਹ ਇਨਕਰੀਮੈਂਟ 20 ਦੇ ਵਿੱਚ ਰੋਕ ਲਈ ਗਈ ਸੀ ਕਿਉਂਕਿ ਸਰਕਾਰ ਨੂੰ ਲੱਗਦਾ ਸੀ ਕਿ ਫੰਡਾਂ ਦੀ ਕਮੀ ਆ ਤੇ ਪੈਸੇ ਜਿਹੜੇ ਆ ਕਰੋਨਾ ਦੇ ਵਿੱਚ ਵੱਧ ਖਰਚਣੇ ਨੇ। ਤੇ ਇਸੇ ਦੌਰਾਨ ਹੀ ਜਿਹੜੀਆਂ ਕੈਬਨਿਟ ਦੀਆਂ ਮੀਟਿੰਗ ਸੀਗੀਆਂ ਉਹਨਾਂ ਨੂੰ ਵੀ ਡਿਜੀਟਲ ਕਰਤਾ ਸੀ, ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਹੁੰਦੀਆਂ ਸੀ। ਤੇ ਬੀਤੇ ਦਿਨੀ ਜਦੋਂ ਕੈਬਨਿਟ ਦਾ ਰੀਸ਼ਫਲ ਹੋਇਆ, ਵਿਸਤਾਰ ਹੋਇਆ, ਕੁਝ ਬੰਦੇ ਕੱਢੇ, ਕੁਝ ਨਵੇਂ ਪਾਏ, ਤੇ ਬੀਤੇ ਦਿਨ ਜਿਹੜੀ ਆ ਪਹਿਲੀ ਮੀਟਿੰਗ ਕੈਬਨਿਟ ਦੀ ਕਰੋਨਾ ਦੀ ਦੂਜੀ ਲਹਿਰ ਦੇ ਥੰਮਣ ਤੋਂ ਬਾਅਦ ਜਿਹੜੀ ਆ ਉਹ ਵਰਚੁਅਲ ਨਾ ਹੋ ਕੇ ਸਾਹਮਣੇ ਬੈਠ ਕੇ ਗੱਲਾਂ ਹੋਈਆਂ। ਕੈਬਨਿਟ ਦੀ ਮੀਟਿੰਗ ਸੀ, ਸਾਰੇ ਮੰਤਰੀ ਬੈਠੇ ਸੀ, ਮੋਦੀ ਸਾਹਿਬ ਵੀ ਬੈਠੇ ਸੀ, ਉੱਥੇ ਹੋਰ ਵੀ ਕੁਝ ਫੈਸਲੇ ਹੋਏ ਹੋਣਗੇ। ਇੱਕ ਦੂਜੇ ਨੂੰ ਬਹੁਤ ਦਿਨਾਂ ਬਾਅਦ ਲੋਕਾਂ ਨੇ ਸਾਹਮਣੇ ਵੀ ਦੇਖਿਆ ਹੋਣਾ, ਤੇ ਕੁਝ ਮਿਨਿਸਟਰਾਂ ਲਈ ਇਹ ਪਹਿਲੀ ਮੀਟਿੰਗ ਸੀ। ਤੇ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਉਹ ਇਨਕਰੀਮੈਂਟ ਜਿਹੜੀ ਰੋਕੀ ਗਈ ਸੀ ਉਹਨੂੰ 1 ਜੁਲਾਈ 2021 ਤੋਂ ਦੁਬਾਰਾ ਚਾਲੂ ਕਰ ਦਿੱਤਾ ਜਾਵੇ। ਉਹ ਜਿਹੜੀਆਂ 3 ਕਿਸ਼ਤਾਂ ਪਿੱਛੇ ਰੁਕ ਗਈਆਂ ਉਹ ਨਾ ਦੇਣ ਦਾ ਫੈਸਲਾ ਕੀਤਾ ਗਿਆ, 2 ਸ਼ਾਇਦ, ਕਿ ਉਹ ਜਿਹੜੀਆਂ ਉਹ ਨਹੀਂ ਦੇਣੀਆਂ ਕਿਉਂਕਿ ਬੀਤੇ ਸਮੇਂ ਲਈ ਸਾਡੇ ਕੋਲ ਉਹਨਾਂ ਨਹੀਂ ਹੈਗਾ। ਤੇ ਦੂਸਰੀ ਗੱਲ ਜਿਹੜੀ ਨਾਲ ਇਹ ਗੱਲ ਕੀਤੀ ਆ ਕਿ ਜਿਹੜਾ ਮਹਿੰਗਾਈ ਭੱਤਾ ਆ ਉਹਦੇ ਵਿੱਚ 11% ਦਾ ਇਜ਼ਾਫਾ ਕਰ ਦਿੱਤਾ ਗਿਆ। ਪਹਿਲਾਂ 17% ਮਿਲਦਾ ਸੀ ਮਹਿੰਗਾਈ ਭੱਤਾ ਬੇਸਿਕ ਪੇ ਦਾ, ਤੇ ਹੁਣ ਉਹਨੂੰ ਵਧਾ ਕੇ 28% ਕਰ ਦਿੱਤਾ ਗਿਆ। ਤੇ ਕੇਂਦਰ ਦੇ ਵਿੱਚ ਜਦੋਂ ਜਿਹੜੇ ਵੀ ਬੰਦੇ ਸਰਕਾਰੀ ਨੌਕਰੀਆਂ ਨਾਲ ਜੁੜੇ ਹੋਏ ਨੇ ਉਹ ਜਾਣਦੇ ਨੇ ਕਿ ਇਹ ਜਿਹੜਾ ਮਹਿੰਗਾਈ ਭੱਤੇ ਦੀ
ਕਿਸ਼ਤ ਜਦੋਂ ਮਿਲਦੀ ਆ ਉਹਨਾਂ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਆ, ਕਿਉਂਕਿ ਬੰਦੇ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਰੋਜ਼ ਦੇ ਟਾਈਮ ਦਾ ਇੱਕ ਵੱਡਾ ਹਿੱਸਾ ਨੌਕਰੀ ਨੂੰ ਦੇਣਾ ਹੁੰਦਾ, ਤੇ ਉਦੋਂ ਤੋਂ ਜਿੰਨੇ ਵੀ ਉਹਨੂੰ ਪੈਸੇ ਮਿਲਦੇ ਆ ਉਹਦੇ ਨਾਲ ਹੀ ਉਹਨੇ ਆਪਣਾ ਗੁਜ਼ਰ ਬਸਰ ਕਰਨਾ ਆ, ਕੁਝ ਬਚਾਉਣੇ ਆ ਤੇ ਕੁਝ ਖਰਚਣੇ ਆ ਤੇ ਕੁਝ ਜਿਹੜੀਆਂ ਲੋੜਾਂ ਪੂਰੀਆਂ ਕਰਨੀਆਂ ਤੇ ਕੁਝ ਜਿਹੜੇ ਚਾਅ ਆ ਉਹ ਵੀ ਪੂਰੇ ਕਰਨੇ ਆ ਜੀ। ਤੇ ਹੁਣ ਜੇ ਉਹਨਾਂ ਨੂੰ ਇੱਕ ਕੁਝ ਤਨਖਾਹ ਜਿਹੜੀ ਉਹਨਾਂ ਦੀ ਵੱਧ ਕੇ ਮਿਲਣੀ ਆ ਤੇ ਉਹ ਚੰਗੀ ਗੱਲ ਹੈ। ਤੇ ਇਸ ਤੋਂ ਬਾਅਦ ਹੀ ਜਦੋਂ ਕੇਂਦਰ ਸਰਕਾਰ ਐਲਾਨ ਕਰਦੀ ਹੈ, ਉਸ ਤੋਂ ਬਾਅਦ ਫਿਰ ਇਹ ਜਿਹੜਾ ਦਬਾਅ ਆ, ਇਹ ਜਿਹੜੀ ਗੇਂਦ ਆ, ਉਹ ਰਾਜ ਸਰਕਾਰਾਂ ਦੇ ਪੱਲੇ ਆ ਜਾਂਦੀ ਹੁੰਦੀ ਹੈ ਕਿ ਉਹ ਇਹਦੇ ਵਿੱਚ ਦੇਖਦੇ ਹੋਏ ਕਿੰਨਾ ਵਾਧਾ ਕਰਦੇ ਆ। ਆਮ ਤੌਰ ਤੇ ਕੇਂਦਰ ਸਰਕਾਰ ਜਿੰਨਾ ਕਰਦੀ ਆ ਤੇ ਰਾਜ ਸਰਕਾਰਾਂ ਉਹ ਤੋਂ ਥੋੜਾ ਜਿਹਾ ਘੱਟ ਕਰਕੇ ਵਾਧਾ ਕਰ ਦਿੰਦੇ ਨੇ। ਤੇ ਇੱਕ ਚੰਗੀ ਗੱਲ ਆ, ਸਰਕਾਰ ਦੀ ਪਲੇਠੀ ਮੀਟਿੰਗ ਸੀ, ਕੈਬਨਿਟ ਦੀ ਨਵੀਂ ਕੈਬਨਿਟ ਦੀ ਮੀਟਿੰਗ ਸੀ, ਕਰੋਨਾ ਤੋਂ ਬਾਅਦ ਮੀਟਿੰਗ ਸੀ। ਹੋਪ ਕਿ ਸਾਰਾ ਕੁਝ ਠੀਕ ਰਵੇ ਤੇ ਸਰਕਾਰਾਂ ਕੁਝ ਚੰਗੇ ਫੈਸਲੇ ਕਰਦੀਆਂ ਰਹਿਣ। ਤੇ ਦੇਖੋ ਸਟੇਟ ਦੀਆਂ ਗਵਰਨਮੈਂਟਸ ਵੀ ਇਹ ਫੈਸਲੇ ਕਰਦੀਆਂ ਕਿ ਨਹੀਂ ਕਰਦੀਆਂ, ਪਰ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰ ਸਰਕਾਰ ਤੇ ਸਾਲਾਨਾ ਕੋਈ 34,000 ਕਰੋੜ ਦਾ ਜਿਹੜਾ ਆ ਬੋਝ ਉਹ ਪੈਣਾ ਆ ਜੀ। ਪਰ ਇੱਕ ਗੱਲ ਹੋਰ ਆ ਦੂਸਰੀ ਜਿਹੜੀ ਕਰਨੇ ਵਾਲੀ ਆ ਸਵਲੀਨ ਜੀ, ਉਹ ਇਹ ਆ ਕਿ ਇਹ ਤਾਂ ਸੀ ਕੇਂਦਰ ਦੇ ਜਿਹੜੇ ਕੇਂਦਰ ਸਰਕਾਰ ਦੇ ਮੁਲਾਜ਼ਮ ਆ, ਜਿਹੜੇ ਉਹਨਾਂ ਦੇ ਸਰਕਾਰੀ ਮੁਲਾਜ਼ਮ ਆ, ਉਹਨਾਂ ਨੂੰ ਤਾਂ ਇਹ ਪੈਕੇਜ ਮਿਲ ਗਿਆ, ਉਹਨਾਂ ਦੀ ਤਨਖਾਹ 'ਚ ਵਾਧਾ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜੇ ਸਾਰੇ ਹਿੰਦੁਸਤਾਨ ਦੀ ਹੋਰ ਜਨਤਾ ਮਹਿੰਗਾਈ ਨਾਲ ਜੂਝ ਰਹੀ ਆ, ਉਹਦੀ ਗੱਲ ਉੱਥੇ ਕਿਸੇ ਨੇ ਨਹੀਂ ਕੀਤੀ। ਚਾਹੇ ਉੱਥੇ ਪੈਟਰੋਲੀਅਮ ਮੰਤਰੀ ਵੀ ਨਵੇਂ ਆਏ ਸੀ ਤੇ ਹੋਰ ਵੀ ਬਹੁਤ ਸਾਰੇ ਮਿਨਿਸਟਰ ਨਵੇਂ ਆਏ ਸੀ। ਕੋਵਿਡ ਦੇ ਟੀਕਾਕਰਨ ਦੀ ਉੱਥੇ ਕੋਈ ਗੱਲ ਨਹੀਂ ਹੋਈ ਕਿ ਜਿਹੜਾ ਟੀਕਾਕਰਨ ਆ ਉਹ ਵਧਣਾ ਚਾਹੀਦਾ ਆ, ਕਿੰਨੀ ਸਪੀਡ ਨਾਲ ਲੱਗਣੇ ਚਾਹੀਦੇ, ਉਹ ਗੱਲਾਂ ਨਹੀਂ ਹੋਈਆਂ। ਜਿਹੜੀ ਇੱਕ ਕਿਸ਼ਤ ਮਿਲੀ ਆ ਉਹ ਇੱਕ ਚੰਗੀ ਗੱਲ ਜੀ। ਬਿਲਕੁਲ ਜੀ। ਕੇਰਲ ਦੇ ਰਾਜਪਾਲ ਨੇ ਇੱਕ ਦਿਨ ਦਾ ਵਰਤ ਰੱਖ ਲਿਆ, ਉਹ ਭਲਾ ਕਿਉਂ? ਸਵਲੀਨ, ਉਹ ਗੱਲ ਇਸ ਤਰ੍ਹਾਂ ਆ ਕਿ ਆਪਾਂ ਪਿਛਲੇ ਲੰਬੇ ਸਮੇਂ ਤੋਂ ਇੱਕ ਦੇਖਦੇ ਆ ਕਿ ਜਿਹੜੇ ਰਾਜਪਾਲ ਲਾਏ ਜਾਂਦੇ ਆ ਉਹ ਸੈਂਟਰ ਗਵਰਨਮੈਂਟ ਵੱਲੋਂ ਉਹ ਨਿਯੁਕਤ ਕੀਤੇ ਜਾਂਦੇ ਆ ਤੇ ਅਕਸਰ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਉਹ ਆਪਣੇ ਜਿਹੜੇ ਲੀਡਰ ਜਿਹੜੇ ਕਿਤੇ ਐਡਜਸਟ ਨਹੀਂ ਹੁੰਦੇ ਉਹਨਾਂ ਨੂੰ ਜ਼ਿਆਦਾਤਰ ਸਟੇਟਾਂ ਦੇ ਵਿੱਚ ਰਾਜਪਾਲ ਬਣਾ ਕੇ ਭੇਜਦੀ ਆ। ਤੇ ਆਪਾਂ ਬਹੁਤ ਲੰਬੇ ਸਮੇਂ 'ਚ ਦੇਖਦੇ, ਖਾਸ ਕਰਕੇ 7 ਸਾਲਾਂ ਦੇ ਵਿੱਚ ਵੀ ਰਾਜਪਾਲ ਜਾ ਕੇ ਫਿਰ ਸਟੇਟ ਦੇ ਵਿੱਚ ਬਜਾਏ ਕਿ ਰਾਜਪਾਲ ਤੱਕ ਹੀ ਸੀਮਤ ਰਹਿਣ, ਉਹ ਫਿਰ ਯੂਨੀਅਨ ਗਵਰਨਮੈਂਟ ਦੇ, ਸਟੇਟ ਗਵਰਨਮੈਂਟ ਦੇ ਉਹ ਭੰਪੂ ਬਣ ਕੇ ਫਿਰ ਵੱਜਦੇ ਆ। ਆਪਾਂ ਦੇਖਦੇ ਆ ਕਿ ਪੱਛਮੀ ਬੰਗਾਲ ਵਾਲੇ ਜਿਵੇਂ ਇਸ ਵੇਲੇ ਮਮਤਾ ਦੇ ਨਾਲ ਰਾਜਪਾਲ ਪੰਗਾ ਪਾ ਕੇ ਬੈਠੇ ਆ, ਜੰਮੂ ਕਸ਼ਮੀਰ ਵਾਲੇ ਦੇਖ ਲਈਏ, ਦਿੱਲੀ ਦੇ ਵਿੱਚ ਦੇਖ ਲਈਏ, ਆਪਾਂ ਕਿਰਨ ਬੇਦੀ ਵਾਲਾ ਸਮਾਂ ਵੀ ਦੇਖ ਲਈਏ। ਮਤਲਬ ਇਹ ਇੱਕ ਇੱਦਾਂ ਦਾ ਦੌਰ ਆਪਾਂ ਦੇਖਿਆ ਹੈ ਕਿ ਉਹ ਇੱਕ ਰਾਜਪਾਲ ਵਜੋਂ ਨਹੀਂ, ਬੀਜੇਪੀ ਦੇ ਨੁਮਾਇੰਦੇ ਵਜੋਂ ਉਹ ਸਟੇਟਾਂ ਦੇ ਵਿੱਚ ਕੰਮ ਕਰਦੇ ਆ। ਪਰ ਸਲਾਮ ਕਰਨਾ ਬਣਦਾ ਹੈ ਆਰਿਫ ਮੁਹੰਮਦ ਖਾਨ ਨੂੰ। ਉਹਨਾਂ ਨੇ ਕੇਰਲਾ ਦੇ ਵਿੱਚ ਇੱਕ ਦਿਨ ਦਾ ਵਰਤ ਇਸ ਲਈ ਰੱਖਿਆ ਕਿ ਜਿਹੜੀ ਦਹੇਜ ਪ੍ਰਥਾ ਸਾਡੇ ਸੰਸਾਰ ਨੂੰ, ਸਾਡੇ ਭਾਰਤ ਨੂੰ ਹਜੇ ਵੀ ਪੀੜ ਰਹੀ ਆ, ਸਾਡੇ ਸਮਾਜ ਨੂੰ ਹਜੇ ਵੀ ਕਿਤੇ ਨਾ ਕਿਤੇ ਅਨਬੈਲੈਂਸ ਕਰ ਰਹੀ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਨਾ ਚਾਹੀਦਾ। ਦੂਜੀ ਗੱਲ ਉਹਨਾਂ ਨੇ ਕਹੀ ਕਿ ਜਿਹੜਾ ਔਰਤਾਂ ਤੇ ਅਤਿਆਚਾਰ ਹਜੇ ਵੀ ਹੋ ਰਿਹਾ ਆ, ਵੀ ਮੈਂ ਉਹਦੇ ਲਈ ਅੱਜ ਵੀ ਆਵਾਜ਼ ਉਠਾਉਣਾ ਆ ਤੇ ਖਾਸ ਕਰਕੇ ਲੜਕੀਆਂ ਨੂੰ ਅੱਗੇ ਹੋ ਕੇ ਦਹੇਜ ਪ੍ਰਥਾ ਦੀ ਜਿਹੜੀ ਲੜਾਈ ਆ ਉਹ ਆਪ ਲੜਨੀ ਚਾਹੀਦੀ ਆ, ਕਿਉਂਕਿ ਲੜਕੀਆਂ ਅੱਜ ਕੱਲ੍ਹ ਭਾਰਤ ਦੀਆਂ ਸક્ષਮ ਆ ਤੇ ਬਹੁਤ ਪੜ੍ਹੀਆਂ ਲਿਖੀਆਂ ਆ। ਜੇ ਉਹ ਇਸ ਮਸਲੇ ਨੂੰ ਅੱਗੇ ਹੋ ਕੇ ਕਰਦੀਆਂ ਤੇ ਇਹ ਜਿਹੜੀ ਦਾਜ ਪ੍ਰਥਾ ਆ ਉਹ ਸਾਡੇ ਦੇਸ਼ 'ਚੋਂ ਖਤਮ ਹੋ ਸਕਦੀ ਹੈ। ਆਪਾਂ ਅੱਜ ਵੀ ਦੇਖਦੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਉਤਪੀੜਨ ਹੁੰਦਾ ਲੜਕੀਆਂ ਦਾ, ਗਰੀਬ ਮਾਪਿਆਂ ਦਾ ਉਤਪੀੜਨ ਹੁੰਦਾ ਆ, ਜਿਨ੍ਹਾਂ ਨੂੰ ਦਹੇਜ ਦੀ ਵਜ੍ਹਾ ਕਰਕੇ ਉਹਨਾਂ ਦੀਆਂ ਧੀਆਂ ਘਰਾਂ 'ਚ ਬੈਠੀਆਂ ਜਾਂ ਰੋਲਿਆ ਜਾਂਦਾ। ਭਾਵੇਂ ਕਿ ਸਮਾਜ ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਕਹਿ ਸਕਦੇ ਕੁਰੀਤੀ ਬੜੇ ਲੰਬੇ ਸਮੇਂ ਤੋਂ ਬੁਰਾਈ ਇਹ ਚੱਲ ਰਹੀ ਆ, ਪਰ ਜਿਹੜਾ ਇੱਕ ਰਾਜਪਾਲ ਵੱਲੋਂ ਆਪਣੀ ਕੁਰਸੀ ਤੇ ਬੈਠਿਆਂ ਇੱਕ ਦਿਨ ਦਾ ਵਰਤ ਰੱਖਣਾ ਇਸ ਮੁੱਦੇ ਤੇ ਜਾਂ ਇਸ ਜਿਹੜੀ ਕੁਰੀਤੀ ਆ ਉਹਦੇ ਲਈ ਇੱਕ ਬਹੁਤ ਵੱਡਾ ਇਹ ਧੱਕਾ ਆ। ਤੇ ਇਹ ਜੇ ਲੜਕੀਆਂ ਜਾਂ ਮਹਿਲਾਵਾਂ ਅੱਜ ਇਸ ਮਸਲੇ ਨੂੰ ਲੈ ਕੇ ਸਤਰਕ ਹੁੰਦੀਆਂ ਆ, ਚੇਤਨ ਹੁੰਦੀਆਂ ਆ, ਤੇ ਚੇਤਨ ਹੋਈ ਧੀ ਜਿਹੜੀ ਭਾਰਤ ਦੀ ਆ ਉਹ ਇਸ ਦਾਜ ਪ੍ਰਥਾ ਨੂੰ ਬਿਲਕੁਲ ਖਤਮ ਕਰਨ ਲਈ ਅੱਗੇ ਆਊਗੀ ਤੇ ਤਾਂ ਹੀ ਇਹ ਜਿਹੜੀ ਕ੍ਰਿਤੀ ਹੈ ਇਹ ਖਤਮ ਸੰਸਾਰ 'ਚ ਹੋਊਗੀ। ਤੁਸੀਂ ਦੇਖਦੇ ਹੋ ਕਿ ਜਿਵੇਂ ਵੱਖ-ਵੱਖ ਰਾਜਪਾਲਾਂ ਵੱਲੋਂ ਜਿਹੜਾ ਸਰਕਾਰ ਦਾ ਹੀ ਇੱਕ ਕਹਿ ਸਕਦੇ ਹਾਂ ਕਿ ਪੱਖ ਰੱਖਿਆ ਜਾਂਦਾ ਜਾਂ ਸਰਕਾਰ ਦੇ ਹੱਕ ਵਿੱਚ ਵੀ ਬੋਲਿਆ ਜਾਂਦਾ, ਇਸ ਮਾਹੌਲ ਵਿੱਚ ਜਿੱਦਾਂ ਦਾ ਚੱਲ ਰਿਹਾ ਪਿਛਲੇ 7 ਸਾਲ ਤੋਂ, ਇੱਕ ਸਟੇਟ ਦੇ ਰਾਜਪਾਲੋਂ ਇੱਦਾਂ ਦਾ ਫੈਸਲਾ ਲੈਣਾ, ਇੱਦਾਂ ਦਾ ਇੱਕ ਗਾਂਧੀਵਾਦੀ ਜੇ ਕਹਿ ਸਕਦੇ ਹਾਂ ਕਿ ਇੱਕ ਉਹਨਾਂ ਨੇ ਆਪਣੀ ਗ੍ਰਹਿਣ ਵਾਸਤੇ ਜਿਹੜਾ ਵਰਤ ਰੱਖ ਕੇ ਲੋਕਾਂ ਨੂੰ ਇੱਕ ਸੰਕੇਤ ਦਿੱਤਾ ਆ, ਭਾਰਤ ਦੀਆਂ ਧੀਆਂ ਨੂੰ ਸੰਕੇਤ ਦਿੱਤਾ ਆ, ਭਾਰਤ ਦੀਆਂ ਮਹਿਲਾਵਾਂ ਨੂੰ ਸੰਕੇਤ ਦਿੱਤਾ ਆ, ਔਰ ਚੰਗੇ ਦੀ ਆਸ ਜਿਹੜੀ ਲੋਕਾਂ ਦੇ ਮਨਾਂ ਵਿੱਚ ਬੁਝਾਈ ਆ, ਇਹਨੂੰ ਸਲਾਮ ਕਰਨਾ ਬਣਦਾ ਆ। ਤੇ ਲੋਕਾਂ ਦੇ ਵਿੱਚ ਇਹ ਗੱਲ ਚਲੇ ਗਈ ਆ ਕਿ ਜੇਕਰ ਲੜਕੀਆਂ ਧੀਆਂ ਪੰਜਾਬ ਦੀਆਂ, ਭਾਰਤ ਦੀਆਂ ਇਸ ਗੱਲ ਲਈ ਸਤਰਕ ਹੋ ਜਾਣ ਤੇ ਇਹ ਜਿਹੜੀ ਕੁਰੀਤੀ ਆ ਸਾਡੇ ਸਮਾਜ ਵਿੱਚੋਂ ਮਿਟ ਸਕਦੀ ਹੈ। ਜੀ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕੋਵਿਡ ਦੀ ਕਰ ਲਈਏ। ਇਸ ਵੇਲੇ ਸਥਿਤੀ ਕਾਬੂ 'ਚ ਆ? ਬੇਲਗਾਮ ਕਰੋਨਾ ਜਿਹੜਾ ਉਹਨੂੰ ਲਗਾਮ ਪੈ ਗਈ? ਸਥਿਤੀ ਜਿਹੜੀ ਆ ਕੋਵਿਡ ਦੀ ਉਹ ਬਿਲਕੁਲ ਕਾਬੂ 'ਚ ਨਜ਼ਰ ਆਉਂਦੀ ਆ। 40,000 ਦੇ ਨੇੜੇ ਤੇੜੇ ਕੇਸ ਆਉਂਦੇ ਆ ਤੇ 500 ਦੇ ਨੇੜੇ ਤੇੜੇ ਜਿਹੜੀ ਮੌਤ ਆ ਹਾਲੇ ਵੀ ਰੋਜ਼ ਹੁੰਦੀ ਆ। ਮੌਤਾਂ ਦਾ ਅੰਕੜਾ 4,10,000 ਨੂੰ ਟੱਪ ਚੁੱਕਿਆ ਤੇ ਜਿਹੜੀ
ਜਿਹੜੇ ਤੁਹਾਡੇ ਪੇਸ਼ੈਂਟਸ ਨੇ ਉਹਨਾਂ ਦਾ ਅੰਕੜਾ 3 ਕਰੋੜ ਤੋਂ ਉੱਪਰ ਆ ਤੇ ਜਿਹੜੀ ਮੌਜੂਦਾ ਦਰ ਆ ਉਹ ਬਹੁਤ ਜਿਹੜੇ ਹੈਗੇ ਨੇ ਮੌਜੂਦਾ ਪੇਸ਼ੈਂਟਸ ਦੀ ਗਿਣਤੀ ਜਿਹੜੇ ਐਕਟਿਵ ਕੇਸ ਨੇ ਉਹ ਵੀ ਥੋੜੇ ਹੀ ਰਹਿ ਗਏ ਨੇ ਤਕਰੀਬਨ 4 ਲੱਖ 4 ਲੱਖ ਦੇ ਨੇੜੇ ਤੇੜੇ ਨੇ 4 ਤੋਂ ਵੀ ਸ਼ਾਇਦ ਘੱਟ ਹੀ ਹੋਣਗੇ। ਪੰਜਾਬ ਦੇ ਹਾਲਾਤ ਵੀ ਬਹੁਤ ਠੀਕ ਨੇ ਪਰ ਉਹਦੇ 'ਚ ਜਿਹੜੀ ਗੱਲ ਇਹ ਆ ਜੀ ਕਿ ਕਾਫੀ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਹਾਲੇ ਵੀ ਪਰੇਸ਼ਾਨ ਕਰਦੀਆਂ ਨੇ। ਜੂਨ ਤੋਂ ਬਾਅਦ ਜਿਹੜੀ ਟੀਕਾਕਰਨ ਦੀ ਰਫ਼ਤਾਰ ਹੈ ਉਹ ਇੰਨੀ ਸੁਸਤ ਹੋ ਗਈ ਕਿ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਦਸੰਬਰ ਤੱਕ ਸਾਰੇ ਭਾਰਤ ਨੂੰ ਟੀਕੇ ਲਾ ਦੇਣੇ ਆ। ਜੇ ਉਸ ਸਪੀਡ ਨਾਲ ਕੰਮ ਕਰਨਾ ਤੇ ਸਵਲੀਨ ਜੀ 60 ਤੋਂ 80 ਲੱਖ ਟੀਕੇ ਰੋਜ਼ ਲੱਗਣੇ ਚਾਹੀਦੇ ਆ, ਫਿਰ ਹਿੰਦੁਸਤਾਨ ਦੀ ਆਬਾਦੀ ਜਿਹੜੀ ਆ ਦਸੰਬਰ ਤੱਕ ਜਿਨ੍ਹਾਂ ਨੂੰ ਟੀਕਾ ਲੱਗਣ ਦੀ ਲੋੜ ਆ ਉਹ ਪੂਰੀ ਹੁੰਦੀ ਆ। ਪਰ ਟੀਕੇ ਜਿਹੜੇ ਪਿਛਲੇ 3 ਹਫ਼ਤਿਆਂ 'ਚ ਲੱਗੇ ਆ ਉਹਨਾਂ ਦੀ ਗਿਣਤੀ 30 ਤੋਂ 40 ਲੱਖ ਤੱਕ ਹੀ ਆ ਰੋਜ਼ਾਨਾ। ਇਟ ਮੀਨਸ ਸਰਕਾਰ ਜੋ ਜਿੱਥੇ ਤੱਕ ਪਹੁੰਚਣਾ ਹੈ ਉਦੋਂ ਤੋਂ ਅੱਧੇ ਤੇ ਚੱਲ ਰਹੀ ਆ। ਕੁਝ ਛੋਟੀਆਂ-ਛੋਟੀਆਂ ਘਟਨਾਵਾਂ ਹੋਰ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਲੋਕ ਆਪਦੇ ਤਰੀਕੇ ਨਾਲ ਹੀ ਫੈਸਲਾ ਲਈ ਜਾਂਦੇ ਆ ਕਿ ਮਿਕਸ ਕਰਕੇ ਟੀਕੇ ਲਾਉਣੇ ਆ ਜਾਂ 2 ਲਵਾਉਣੇ ਆ, ਕਈ 3 ਵੀ ਲਵਾਈ ਜਾਂਦੇ ਆ ਜੀ। ਉਹ ਸਾਰੀਆਂ ਚੀਜ਼ਾਂ ਤੋਂ ਸਰਕਾਰ ਨੂੰ ਜਿਹੜਾ ਆ ਉਹ ਪਾਸਾ ਵੱਟਣਾ ਪਵੇਗਾ। ਇਹਨਾਂ ਸਿਸਟਮਸ ਨੂੰ ਥੋੜਾ ਜਿਹਾ ਹੋਰ ਦਰੁਸਤ ਕਰਨਾ ਪਵੇਗਾ ਜੀ। ਤੀਸਰਾ, ਕੇਂਦਰ ਸਰਕਾਰ ਨੇ ਗੱਲ ਕੀਤੀ ਆ ਕਿ ਜਿਹੜੀਆਂ ਭੀੜ ਵਾਲੀਆਂ ਥਾਵਾਂ ਨੇ ਜਾਂ ਲੋਕਾਂ ਦਾ ਜਿਹੜਾ ਘੁੰਮਣ ਦਾ ਰੁਝਾਨ ਆ ਉਹਨੂੰ ਦੇਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਕੱਲ੍ਹ ਇਹ ਫੈਸਲਾ ਕੀਤਾ ਕਿ ਸਟੇਟ ਸਰਕਾਰਾਂ ਇਸ ਚੀਜ਼ ਲਈ ਐਕਟਿਵ ਰਹਿਣ। ਉਹਦੇ ਨਾਲ ਹੀ ਬਿਲਕੁਲ ਇੱਕ ਉਲਟੀ ਗੱਲ ਹੈ। ਉੱਤਰਾਖੰਡ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਕਾਂਵੜ ਯਾਤਰਾ ਹੁੰਦੀ ਆ। ਬਹੁਤ ਸਾਰੇ ਲੋਕ ਆਪਣੇ ਆਪਣੇ ਸ਼ਹਿਰਾਂ ਤੋਂ ਜਾਂਦੇ ਆ, ਹਰਿਦੁਆਰ ਤੋਂ ਜਲ ਲੈ ਕੇ ਫਿਰ ਵਾਪਸ ਆਉਂਦੇ ਆ। ਭਗਵਾਨ ਸ਼ਿਵ ਨਾਲ ਜੁੜੀ ਹੋਈ ਇੱਕ ਯਾਤਰਾ ਹੈ। ਉਹਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ, ਪਿਛਲੇ ਸਾਲ ਵੀ ਉਹ ਨਹੀਂ ਹੋਈ ਸੀ, ਅਮਰਨਾਥ ਯਾਤਰਾ ਵੀ ਨਹੀਂ ਹੋਈ ਸੀ। ਪਰ ਯੂਪੀ ਦੀ ਜਿਹੜੀ ਯੋਗੀ ਸਰਕਾਰ ਆ ਉਹਨੇ ਕਹਿ ਦਿੱਤਾ ਕਿ ਅਸੀਂ ਇਹ ਯਾਤਰਾ ਜਿਹੜੀ ਆ ਉਹ ਕਰਵਾਉਣੀ ਆ। ਤੇ ਉਹਨਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਆ ਕਿ ਜਿਹੜੇ ਉੱਥੇ ਨਵੇਂ ਬਣੇ ਨੇ ਪੁਸ਼ਕਰ ਧਾਮੀ ਜੀ ਕਿ ਉਹ ਜਿਹੜੀ ਯਾਤਰਾ ਆ ਉਹਨੂੰ ਮਨਜ਼ੂਰੀ ਦਿੱਤੀ ਜਾਵੇ, ਭਾਵੇਂ ਘੱਟ ਗਿਣਤੀ 'ਚ ਦਿੱਤੀ ਜਾਵੇ। ਸੋ ਇਹਨਾਂ ਗੱਲਾਂ ਲਈ ਲੈ ਕੇ ਸੁਪਰੀਮ ਕੋਰਟ ਨੇ ਵੀ ਜਿਹੜਾ ਆ ਇਸ ਗੱਲ ਦਾ ਵਿਚਾਰ ਲਿਆ ਆ ਤੇ ਉਹਨਾਂ ਨੇ ਪੁੱਛਿਆ ਯੋਗੀ ਸਰਕਾਰ ਨੂੰ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ। ਇੱਕ ਹੋਰ ਕੋਵਿਡ ਨਾਲ ਜੁੜੀ ਹੋਈ ਖਬਰ ਇਹ ਸੀ ਕਿ ਰਾਜਸਥਾਨ ਦੀ ਜਿਹੜੀ ਸਟੇਟ ਗਵਰਨਮੈਂਟ ਆ ਉਹ ਜਿਹੜੀਆਂ ਦਵਾਈਆਂ ਵਾਲੇ ਪਲਾਂਟ ਨੇ ਜਾਂ ਜਿਨ੍ਹਾਂ ਨੂੰ ਅਸੀਂ ਮੈਡੀਸਨ ਪਲਾਂਟ ਕਹਿੰਦੇ ਆ, ਜਿਨ੍ਹਾਂ ਦਾ ਔਸ਼ਧੀ ਦੇ ਤੌਰ ਤੇ ਉਪਯੋਗ ਹੁੰਦਾ ਆ, ਉਹ ਘਰ ਘਰ ਦਰਖਤ ਲਗਵਾਉਣ ਦੀ, ਉਹ ਪੌਦੇ ਜਿਹੜੇ ਲਗਵਾਉਣ ਦੀ ਗੱਲ ਕਰ ਰਹੀ ਆ। ਉਹ ਤੋਂ ਮੈਨੂੰ ਯਾਦ ਆਇਆ ਕਿ ਪੰਜਾਬ ਸਰਕਾਰ ਨੇ ਵੀ ਪਿਛਲੇ ਸਾਲ 550 ਸਾਲਾ ਦਿਵਸ ਮਨਾ ਕੇ 550 ਬੂਟਾ ਜਿਹੜਾ ਆ ਉਹ ਹਰ ਪਿੰਡ ਦੇ ਵਿੱਚ ਲਵਾਇਆ ਸੀ। ਫਿਰ ਇੱਕ ਵਾਰ 400 ਬੂਟਾ ਵੀ ਲਵਾਇਆ ਸੀ। ਉਸ ਤੋਂ ਪਹਿਲਾਂ ਇੱਕ ਹੋਰ ਜੁੜੀ ਹੋਈ ਗੱਲ ਹੈ, ਇੱਕ ਅਖਬਾਰੀ ਅਦਾਰੇ ਨੇ ਪੰਜਾਬ 'ਚ ਹਰਿਆਵਲ ਮੁਹਿੰਮ ਚਲਾਈ ਸੀ ਤੇ ਉਹਨਾਂ ਨੇ ਪਤਾ ਨਹੀਂ ਕਿੰਨੇ ਕਰੋੜ ਬੂਟੇ ਲਾਤੇ ਸੀ। ਸੋ ਪਰ ਕੀ ਅਸਲ ਦੇ ਵਿੱਚ ਉਹ ਬੂਟੇ ਜਿਹੜੇ ਆ ਕਿਤੇ ਲੱਗਦੇ ਆ, ਕਾਮਯਾਬ ਵੀ ਹੁੰਦੇ ਆ, ਜਾਂ ਸਿਰਫ ਉਹ ਸਰਕਾਰਾਂ ਦੇ ਬਜਟ ਦੇ ਵਿੱਚੋਂ ਪੈਸੇ ਐਲੋਕੇਟ ਹੋ ਜਾਂਦੇ ਆ, ਖਰਚ ਹੁੰਦੇ ਆ ਤੇ ਸਾਰੇ ਦੇ ਸਾਰੇ ਉਹ ਵਿਅਰਥ ਚੱਲ ਜਾਂਦੇ ਆ। ਜੇ ਅਸੀਂ ਆਪਣੇ ਆਪਣੇ ਪਿੰਡਾਂ ਵੱਲ ਝਾਤ ਮਾਰੀਏ ਤੇ ਸ਼ਾਇਦ ਹੀ ਕਿਤੇ ਕੁਛ ਲੱਖਣਾ ਇੱਕ ਅੱਧਾ ਬੂਟਾ ਉਹਨਾਂ 'ਚੋਂ 550 ਚੋਂ ਜਾਂ 900 ਚੋਂ ਖੜਾ ਹੋਣਾ, ਨਹੀਂ ਤੇ ਉਹ ਸਾਰੇ ਜਿਹੜੇ ਆ ਖਰਾਬ ਹੀ ਜਾਂਦੇ ਨੇ। ਤੇ ਕੋਵਿਡ ਦੇ ਚੱਲਦੇ ਹਰਿਆਣਾ ਸਰਕਾਰ ਨੇ ਇਹ ਗੱਲ ਕੀਤੀ ਆ ਕਿ ਕੋਵਿਡ ਕਿਉਂਕਿ ਹੁਣ ਕਾਫੀ ਘਟ ਗਿਆ ਤੇ ਉਹਨਾਂ ਨੇ 6ਵੀਂ ਤੋਂ ਵੱਡੇ ਜਿਹੜੇ ਸਕੂਲ ਨੇ ਉਹ ਜੁਲਾਈ ਦੇ ਵਿੱਚ ਖੋਲ੍ਹਣ ਦੀ ਅਨਾਉਂਸਮੈਂਟ ਜਿਹੜੀ ਉਹ ਕਰ ਦਿੱਤੀ ਆ। ਜਦੋਂ ਅਸੀਂ WHO ਦੀ ਗੱਲ ਕਰਦੇ ਹਾਂ ਜਾਂ ਸਿਹਤ ਮਾਹਰਾਂ ਦੀ ਗੱਲ ਦੇਖਦੇ ਹਾਂ ਤਾਂ ਉਹ ਕਹਿੰਦੇ ਆ ਕਿ ਜਦ ਤੱਕ ਵੈਕਸੀਨੇਸ਼ਨ ਨਹੀਂ ਹੁੰਦੀ ਤੇ ਤੀਸਰੀ ਜਿਹੜੀ ਲਹਿਰ ਆ ਉਹਦਾ ਖਤਰਾ ਬਣਿਆ ਹੋਇਆ, ਉਹਨੂੰ ਸਾਰਿਆਂ ਨੂੰ ਦੇਖਦੇ ਹੋਏ ਸਾਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਇਹੋ ਜਿਹੀਆਂ ਕੁਝ ਨੇ ਖਬਰਾਂ ਕੋਵਿਡ ਦੀਆਂ। ਬਿਲਕੁਲ ਜੀ। ਸ਼ਰਮਾ ਜੀ, ਤੁਸੀਂ ਸਾਰੇ ਮੁੱਦਿਆਂ ਤੇ ਬੜੇ ਸੋਹਣੇ ਵਿਚਾਰ ਦਿੱਤੇ ਨੇ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।